ਡਾਕਟਰ ਗੀਤਾਂਜਲੀ ਬਾਲੀ ਐਡਵੋਕੇਟ ਤੇ ਤੁਸੀਂ ਮੈਨੂੰ ਸੁਣ ਰਹੇ ਹੋ 90.0 ਤੇ ਜਸ਼ਨ ਪੰਜਾਬੀ ਯੈਸ। ਇੱਕ ਫੀਮੇਲ ਪੂਰੀ ਫੈਮਿਲੀ ਦਾ ਖਿਆਲ ਰੱਖਦੀ ਹੈ, ਹਰ ਰਿਸਪੌਂਸਿਬਿਲਿਟੀ ਦਾ ਖਿਆਲ ਰੱਖਦੀ ਹੈ, ਆਪਣੇ ਆਪ ਨੂੰ ਹਮੇਸ਼ਾ ਸੈਕੰਡਰੀ ਰੱਖਦੇ ਹੋਏ ਪ੍ਰਾਇਮਰਲੀ ਉਹ ਆਪਣੇ ਫੈਸਲਿਆਂ ਨੂੰ ਨਾ ਲੈ ਕੇ ਬਲਕਿ ਆਪਣੇ ਪਰਿਵਾਰ ਨੂੰ, ਉਹਨਾਂ ਦੀ ਜ਼ਿੰਦਗੀ ਨੂੰ, ਉਹਨਾਂ ਦੀ ਡਿਫਿਕਲਟੀਜ਼ ਨੂੰ, ਉਹਨਾਂ ਦੇ ਚੈਲੰਜਸ ਨੂੰ ਦਿੰਦੀ ਹੈ। ਲੇਕਿਨ ਇਸੇ ਵਜ੍ਹਾ ਦੇ ਨਾਲ ਕਦੀ ਕਦੀ ਕੀ ਹੁੰਦਾ ਹੈ ਕਿ ਉਹ ਆਪਣੇ ਰਾਈਟਸ ਨੂੰ ਜਾਣ ਕੇ ਵੀ ਅਣਜਾਣ ਬਣ ਜਾਂਦੀ ਜਾਂ ਭੁੱਲ ਜਾਂਦੀ ਹੈ ਜਾਂ ਫਿਰ ਉਸ ਦੇ ਬਾਰੇ ਵਿੱਚ ਅਵੇਅਰ ਹੀ ਨਹੀਂ ਹੁੰਦੀ। ਲੇਕਿਨ ਅੱਜ ਕੁਝ ਅਵੇਅਰਨੈਸ ਸਪਰੈਡ ਰੇਡੀਓ ਪੰਜਾਬ ਤੇ ਹੋ ਰਹੀ ਹੈ। ਤੁਹਾਡੇ ਨਾਲ ਆਰਜੇ ਗੀਤ ਹੈ ਔਰ ਮੇਰੇ ਨਾਲ ਉਹ ਐਕਸਪਰਟ ਨੇ ਜੋ ਕਿ ਕੁੜੀਆਂ ਨੂੰ, ਫੀਮੇਲਸ ਨੂੰ, ਧੀਆਂ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਭਾਈ ਜ਼ਿੰਦਗੀ 'ਚ ਅੱਗੇ ਵਧੋ, ਲੇਕਿਨ ਇਹ ਵੀ ਯਾਦ ਰੱਖੋ ਕਿ ਤੁਹਾਡੇ ਕੋਲ ਕਿੰਨੇ ਸਾਰੇ ਰਾਈਟਸ ਨੇ ਜਿਸ ਦਾ ਸਹੀ ਟਾਈਮ 'ਤੇ ਇਸਤੇਮਾਲ ਕਰਕੇ ਤੁਸੀਂ ਕਿਸੇ ਵੀ ਪ੍ਰੋਬਲਮ ਤੋਂ ਖੁਦ ਨੂੰ ਬਾਹਰ ਕੱਢ ਸਕਦੇ ਹੋ, ਤਾਂ ਕਿ ਕੋਈ ਵੀ ਪ੍ਰੋਬਲਮ ਤੁਹਾਡੇ ਉੱਤੇ ਹਾਵੀ ਨਾ ਹੋਏ, ਤੁਹਾਡੀ ਜਾਨ ਦੇ ਉੱਤੇ ਹਾਵੀ ਨਾ ਹੋਏ, ਤੁਹਾਨੂੰ ਫਿਜ਼ੀਕਲੀ ਮੈਂਟਲੀ ਉਹ ਟੌਰਚਰ ਨਾ ਕਰੇ। ਇਸੇ ਕਰਕੇ ਰਾਈਟਸ ਦੱਸਦੇ ਹੋਏ ਸਾਡੇ ਨਾਲ ਨੇ ਡਾਕਟਰ ਗੀਤਾਂਜਲੀ ਜੀ ਜੋ ਕਿ ਪੇਸ਼ੇ ਤੋਂ ਇੱਕ ਐਡਵੋਕੇਟ ਨੇ ਔਰ ਬਹੁਤ ਫੇਮਸ ਐਡਵੋਕੇਟ ਨੇ। ਮੈਮ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ ਠਾਕ, ਤੁਸੀਂ ਦੱਸੋ ਠੀਕ ਹੋ? ਮੈਮ ਬਿਲਕੁਲ ਵਧੀਆ, ਔਰ ਵਧੀਆ ਹੋਰ ਵੀ ਆਪਾਂ ਹੋ ਜਾਂਦੇ ਹਾਂ ਜਦੋਂ ਇੱਕ ਕੁੜੀ ਨੂੰ ਆਪਾਂ ਐਮਪਾਵਰ ਕਰਨੇ ਆ ਇਹ ਦੱਸ ਕੇ ਕਿ ਕੁੜੀਏ ਚਿੜੀਏ ਡਰੀ ਨਾ, ਤੇਰੇ ਕੋਲ ਬਹੁਤ ਸਾਰੇ ਰਾਈਟਸ ਨੇ। ਬਿਲਕੁਲ। ਤੇ ਫਿਰ ਅੱਜ ਆਪਾਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਦੀ ਆਵਾਜ਼ ਬੁਲੰਦ ਕਰੋ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਉਹ ਕਿੰਨੀ ਤਾਕਤਵਰ ਨੇ। ਬਿਲਕੁਲ ਜੀ। ਤੇ ਸ਼ੁਰੂਆਤ ਆਪਾਂ ਕਰਨੇ ਆ ਕੁੜੀਆਂ ਦੇ ਰਾਈਟਸ ਤੋਂ ਹੀ ਕਿ ਕਿਹੜੇ ਕਿਹੜੇ ਰਾਈਟਸ ਨੇ ਜਿਹੜੇ ਇੱਕ ਫੀਮੇਲ ਦੇ ਕੋਲ, ਇੱਕ ਕੁੜੀ ਦੇ ਕੋਲ ਨੇ। ਜੀ, ਆਪਾਂ ਜਨਮ ਤੋਂ ਸ਼ੁਰੂ ਕਰਦੇ ਹਾਂ ਜੀ। ਜਦੋਂ ਇੱਕ ਕੁੜੀ ਜੰਮਦੀ ਆ, ਮੈਂ ਕਈ ਵਾਰੀ ਦੇਖਿਆ ਕਿ ਲੋਕਾਂ ਦੇ ਮੂੰਹ ਤੇ ਹਮੇਸ਼ਾ ਇਹੀ ਟੈਨਸ਼ਨ ਰਹਿੰਦੀ ਆ, ਮੁੰਡਾ ਹੋਏਗਾ ਕੁੜੀ ਹੋਏਗੀ, ਮੁੰਡਾ ਹੋਏਗਾ। ਜਦੋਂ ਕੁੜੀ ਹੋ ਜਾਂਦੀ ਆ ਤਾਂ ਮੈਂ ਕਾਫੀ ਵਾਰੀ ਦੇਖਿਆ ਕਿ ਲੋਕਾਂ ਦੇ ਮੂੰਹ ਗਿਰ ਜਾਂਦੇ ਆ, ਕੁੜੀ ਹੋ ਗਈ ਹੈ ਨਾ। ਪਰ ਜਾਂ ਫਿਰ ਇਹ ਕਹਿੰਦੇ ਨੇ ਕੋਈ ਗੱਲ ਨਹੀਂ, ਪਹਿਲੀ ਕੁੜੀ ਹੋ ਗਈ ਤੇ ਕੋਈ ਗੱਲ ਨਹੀਂ, ਅਗਲਾ ਮੁੰਡਾ ਹੋ ਜਾਊਗਾ, ਵहीं से नेक्स्ट बच्चे की प्लानिंग शुरू हो जाती है। ਜੇ 2 ਕੁੜੀਆਂ ਹੋ ਗਈਆਂ ਤਾਂ ਉਹ ਟਰਾਈ ਕਰਦੇ ਨਹੀਂ ਤੀਸਰਾ ਮੁੰਡਾ ਹੋ ਜਾਏਗਾ, ਹੈ ਨਾ। ਕਿਉਂ ਇਹ ਸੋਚਣੀ ਲੋਕ, ਇਹ ਕਿਉਂ ਨਹੀਂ ਸੋਚਦੇ? ਮੈਂ ਬਹੁਤ ਫੈਮਿਲੀਜ਼ ਦੇਖੀਆਂ ਜਿੱਥੇ ਕਿ ਕੁੜੀਆਂ ਹੀ ਆਪਣੇ ਪੇਰੈਂਟਸ ਨੂੰ ਸੰਭਾਲ ਰਹੀਆਂ। ਆ ਵੇਖੋ ਕੁੜੀਆਂ ਹੀ ਬੈਠੀਆਂ ਨੇ ਜਿਹੜੇ ਗੱਲ ਕਰ ਰਹੀਆਂ ਨੇ। ਐਗਜ਼ੈਕਟਲੀ। ਜਿਵੇਂ ਕਿ ਅੱਜ ਵੀ ਆਪਾਂ ਦੇਖੀਏ ਤਾਂ ਮੈਂ ਮਾਣ ਨਾਲ ਕਹਿੰਦੀ ਹਾਂ ਕਿ ਸਾਡੀ ਜਿਹੜੀ ਕੋਰਟ ਹੈ ਉਹਦੇ ਵਿੱਚ ਮੋਸਟਲੀ ਸਾਡੇ ਜਿਹੜੇ ਜੱਜਿਸ ਨੇ ਉਹ ਫੀਮੇਲ ਨੇ। ਅਰੇ ਵਾਹ। ਉਹ ਵੀ ਕਿਸੇ ਦੀਆਂ ਕੁੜੀਆਂ ਨੇ ਔਰ ਕਿੰਨਾ ਮਾਣ ਨੇ ਸੋਸਾਇਟੀ ਦਾ। ਔਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਰਹੀਆਂ ਉਹ ਵੀ ਕੁੜੀਆਂ ਰਹੀਆਂ, ਜਿਹੜੇ ਆਕਾਸ਼ ਤੱਕ ਗਈਆਂ ਕਲਪਨਾ ਚਾਵਲਾ ਜੀ ਹੋਣੀ ਉਹ ਵੀ ਕੁੜੀਆਂ ਰਹੀਆਂ। ਬਿਲਕੁਲ। ਸੋ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੈ ਔਰ ਨਾ ਇਹਨਾਂ ਨੂੰ ਸਮਝਣਾ ਚਾਹੀਦਾ। ਜਨਮ ਦੀ ਅਸੀਂ ਗੱਲ ਕਰੀਏ, ਕਿਉਂ ਸਾਡੇ ਮਨਾਂ 'ਚ ਇਹ ਹੈ ਕਿ ਜੇ ਕੁੜੀਆਂ ਹੈ ਤਾਂ ਮੁੰਡਾ ਵੀ ਹੋਣਾ ਚਾਹੀਦਾ। ਬਿਲਕੁਲ। ਜਦ ਕਿ ਮੁੰਡੇ ਸੰਭਾਲਦੇ ਵੀ ਨਹੀਂ। ਬਾਅਦ ਵਿੱਚ ਕੰਪਲੇਨ ਲੈ ਕੇ ਤੁਹਾਡੇ ਕੋਲ ਹੀ ਆਉਂਦੇ ਨੇ, ਸਾਡੇ ਮੁੰਡੇ ਨੇ ਸਾਡੇ ਲਈ ਇਹ ਕਰ ਦਿੱਤਾ, ਹੁਣ ਤੁਸੀਂ ਦੱਸੋ ਕਿ ਪ੍ਰਾਪਰਟੀ ਦਾ ਕੀ ਕਰੀਏ, ਕਿਉਂਕਿ ਤੁਸੀਂ ਐਡਵੋਕੇਟ ਹੋ, ਤੁਸੀਂ ਸਾਰੀ ਪ੍ਰੋਬਲਮਸ ਵੇਖਿਆ ਨੇ। ਹਾਂ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਵਾਹ, ਕੀ ਗੱਲ ਕੀਤੀ। ਵਾਹ। ਸੋ ਬਹੁਤ ਐਸੇ ਕੇਸਿਸ ਆਉਂਦੇ ਨੇ ਜਿਹਦੇ 'ਚ ਕੁੜੀਆਂ ਰੱਖ ਕੇ ਬੈਠੀਆਂ ਨੇ ਤੇ ਕਿੰਨੀਆਂ ਕੁੜੀਆਂ ਮੈਂ ਐਸੀਆਂ ਦੇਖਦੀ ਹਾਂ ਜਿਨ੍ਹਾਂ ਨੇ ਵਿਆਹ ਵੀ ਨਹੀਂ ਕਰਵਾਏ। ਉਹਨਾਂ ਦਾ ਇਹੀ ਕੰਸਰਨ ਹੁੰਦਾ ਕਿ ਨਹੀਂ ਅਸੀਂ ਮੈਰਿਜ ਨਹੀਂ ਕਰਾਉਣੀ, ਕਿ ਸਾਡੇ ਫਾਦਰ ਮਦਰ ਕੀ ਕਰਨਗੇ ਜਾਂ ਕਿੱਥੇ ਜਾਣਗੇ। ਸੋ ਅੱਜ ਅਸੀਂ ਕੁੜੀਆਂ ਦੀ ਗੱਲ ਕਰਦੇ ਹਾਂ। ਜਦੋਂ ਕੁੜੀਆਂ ਜੰਮਦੀਆਂ ਨੇ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਬਹੁਤ ਵਧੀਆ ਕੰਟਰੀ 'ਚ ਬੈਠੇ ਹਾਂ ਜਿੱਥੇ ਕੁੜੀਆਂ ਲਈ ਬਹੁਤ ਫੈਸਿਲਿਟੀਜ਼ ਨੇ। ਜਿਵੇਂ ਕਿ ਕਿਸੇ ਦਾ ਇੱਕ ਸਿੰਗਲ ਚਾਈਲਡ ਹੈ, ਉਹ ਲੜਕੀ ਹੈ, ਤਾਂ ਉਹਦੇ ਲਈ ਜਿਹੜੀ ਐਜੂਕੇਸ਼ਨ 'ਚ 50% ਫੀਸ ਮਾਫ ਕਰਨ ਦੀ ਵੀ ਪ੍ਰੋਵੀਜ਼ਨ ਹੈ। ਬਹੁਤ ਵਧੀਆ। ਠੀਕ ਹੈ ਜੀ। 14 ਸਾਲ ਤੱਕ ਦਾ ਹਰ ਬੱਚੇ ਨੂੰ ਰਾਈਟ ਹੈ ਐਜੂਕੇਸ਼ਨ ਦਾ। ਉਹਦੇ ਲਈ ਉਹਦੇ ਤੋਂ ਕੋਈ ਫੀਸ ਨਹੀਂ ਲਈ ਜਾਏਗੀ। ਫ੍ਰੀ ਐਜੂਕੇਸ਼ਨ ਦਾ ਟਿਲ 14 ਇਅਰਸ ਤੱਕ ਹਰ ਬੱਚੇ ਨੂੰ ਰਾਈਟ ਹੈ। ਉਸ ਤੋਂ ਬਾਅਦ ਜਦੋਂ ਪੜ੍ਹਾਈ ਦਾ ਹੋ ਗਿਆ ਤਾਂ ਬੱਚਿਆਂ ਨੂੰ, ਕੁੜੀਆਂ ਨੂੰ ਖਾਸ ਕਰਕੇ ਸਕਾਲਰਸ਼ਿਪ ਵੀ ਲੱਗਦੀ ਹੈ। ਸਕਾਲਰਸ਼ਿਪ ਤੋਂ ਕੁੜੀਆਂ ਆਪ ਪੜ੍ਹਦੀਆਂ ਨੇ। ਉਸ ਤੋਂ ਬਾਅਦ ਜੀ ਅੱਗੇ ਜਾ ਕੇ ਕੁਝ ਪੋਸਟਾਂ ਵੀ ਰਿਜ਼ਰਵ ਹੁੰਦੀਆਂ ਨੇ ਜਿਹੜੀਆਂ ਕਿ ਜਿਵੇਂ ਸਿੰਗਲ ਚਾਈਲਡ ਹੈ, ਗਰਲ ਚਾਈਲਡ ਹੈ, ਉਹਨਾਂ ਲਈ ਕੁਝ ਅੱਗੇ ਯੂਨੀਵਰਸਿਟੀ 'ਚ ਕੁਝ ਜੌਬਸ ਇੱਦਾਂ ਦੀਆਂ ਪੋਸਟਾਂ ਵੀ ਰਿਜ਼ਰਵ ਨੇ ਕੁੜੀਆਂ ਲਈ। ਤੇ ਪੜ੍ਹਾਈ ਤੋਂ ਬਾਅਦ ਅਸੀਂ ਅੱਗੇ ਆਈਏ ਕਿ ਕੁੜੀਆਂ ਦੀ ਹੁੰਦੀ ਹੈ ਟੈਨਸ਼ਨ ਜੀ ਮੈਰਿਜ ਦੀ। ਮੈਰਿਜ ਹੋ ਜਾਂਦੀ ਹੈ ਕੁੜੀਆਂ ਦੀ। ਮੈਰਿਜ ਤੋਂ ਬਾਅਦ ਦੇਖੋ ਜੀ ਕੁੜੀਆਂ ਨੂੰ ਕੀ ਹੁੰਦਾ ਕਿ ਪੇਕੇ ਕਹਿ ਦਿੰਦੇ ਆ ਕਿ ਅੱਜ ਤੋਂ ਬਾਅਦ ਤੂੰ ਸਾਨੂੰ ਭੁੱਲ ਜਾ, ਤੂੰ ਉਹਨਾਂ ਦੇ ਜਿਗਰੇ 'ਚ ਵਸ ਜਾ, ਉਹਨਾਂ ਨੂੰ ਆਪਣਾ ਬਣਾ ਲੈ, ਉਹੀ ਤੇਰੇ ਮਾਂ-ਪਿਓ ਨੇ, ਉਹੀ ਸਭ ਕੁਝ। ਜਦੋਂ ਕਿ ਉਹਦੀ ਜ਼ਿੰਦਗੀ ਸਾਰੀ ਚੀਜ਼ਾਂ ਚੇਂਜ ਹੋ ਰਹੀਆਂ ਨੇ ਕਿ ਹੁਣ ਅੱਜ ਤੋਂ ਬਾਅਦ ਤੇਰਾ ਘਰ ਉਹ ਹੈ ਨਾ ਜੀ। ਉੱਥੇ ਜਾਂਦੀ ਹੈ, ਉਹ ਅਸੈਪਟੈਂਸ ਨਹੀਂ ਮਿਲ ਪਾਉਂਦੀ।
ਨੋ ਡਾਊਟ ਕਿ ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਇੱਕ ਨਵੇਂ ਘਰ 'ਚ ਅਸੀਂ ਜਾਂਦੇ ਹਾਂ ਉੱਥੇ ਐਡਜਸਟ ਕਰਨ 'ਚ ਟਾਈਮ ਲੱਗਦਾ ਹੈ ਨਾ। ਦੋਨੋਂ ਫੈਮਲੀਜ਼ ਐਡਜਸਟ ਕਰ ਰਹੀਆਂ ਦੋਨੋਂ ਫੈਮਲੀਜ਼ ਐਡਜਸਟ ਕਰ ਥੋੜਾ ਜਿਹਾ ਟਾਈਮ ਲੱਗਦਾ ਹੈ, ਲੇਕਿਨ ਲੋਕ ਉਹ ਵਾਲੀ ਰਿਸਪੈਕਟ ਜਾਂ ਪਿਆਰ ਕਿਉਂ ਨਹੀਂ ਕੁੜੀ ਨੂੰ ਦੇ ਸਕਦੇ ਕਿ ਉਹ ਵੀ ਕਿਸੇ ਦੀ ਧੀ ਆਈ ਹੈ ਤੁਹਾਡੇ ਘਰ, ਉਹ ਆਪਣਾ ਘਰ ਛੱਡ ਕੇ ਆਈ ਹੈ ਤੇ ਉਹ ਰਿਸਪੈਕਟ ਜਾਂ ਪਿਆਰ ਉਹਨੂੰ ਨਹੀਂ ਮਿਲਦਾ। ਹੁਣ ਕੀ ਹੁੰਦਾ, ਉਹ ਕੁੜੀ ਫਸ ਜਾਂਦੀ ਹੈ, ਨਾ ਮਾਂ-ਬਾਪ ਨੂੰ ਦੱਸਣ ਜੋਗੀ, ਠੀਕ ਹੈ ਜੀ। ਤਾਂ ਵਿਆਹ ਤੇ ਸਭ ਤੋਂ ਪਹਿਲਾਂ ਗੱਲ ਕਰੀਏ ਦਾਜ ਦਹੇਜ ਦੀ ਜੀ, ਠੀਕ ਹੈ ਜੀ। ਮੈਂ ਗੀਤ ਜੀ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ ਜੇ ਦਾਜ ਲੈਣਾ ਪਾਪ ਹੈ ਤਾਂ ਦਾਜ ਦੇਣਾ ਵੀ ਪਾਪ ਹੈ। ਜੇ ਤੁਹਾਡੇ ਤੇ ਦਾਜ ਲੈਣ ਦਾ ਪਰਚਾ ਹੋ ਸਕਦਾ ਹੈ ਤਾਂ ਤੁਸੀਂ ਇਹ ਨਾ ਭੁੱਲਿਓ ਕਿ ਤੁਹਾਡੇ ਤੇ ਦਾਜ ਦੇਣ ਦਾ ਵੀ ਪਰਚਾ ਹੋ ਸਕਦਾ ਹੈ। ਡੋਰੀ ਪ੍ਰੋਹਿਬਿਸ਼ਨ ਐਕਟ 'ਚ ਸੈਕਸ਼ਨ 4 ਕਲੀਅਰਲੀ ਕਹਿੰਦਾ ਹੈ ਕਿ ਡੋਰੀ ਦੇਣਾ ਵੀ ਓਨਾ ਹੀ ਜੁਰਮ ਹੈ ਜਿੰਨਾ ਡੋਰੀ ਲੈਣਾ ਜੁਰਮ ਹੈ। ਸਭ ਤੋਂ ਪਹਿਲਾਂ ਇਹ। ਦੂਜੀ ਗੱਲ, ਡੋਰੀ ਕਿਉਂ ਦੇਣੀ? ਜਿੱਦਾਂ ਮੁੰਡਿਆਂ ਨੂੰ ਅਸੀਂ ਪੜ੍ਹਾਇਆ ਉੱਦਾਂ ਹੀ ਕੁੜੀਆਂ ਨੂੰ ਪੜ੍ਹਾਇਆ। ਜਿੰਨੀ ਮਿਹਨਤ ਅਸੀਂ ਮੁੰਡਿਆਂ ਤੇ ਕੀਤੀ ਕੁੜੀਆਂ ਤੇ ਵੀ ਕੀਤੀ। ਅੱਜ ਕੱਲ੍ਹ ਕੁੜੀਆਂ ਆਪਣੇ ਪੈਰਾਂ ਤੇ ਖੜੀਆਂ ਨੇ, ਕਮਾ ਰਹੀਆਂ ਨੇ, ਖੁਦ ਖਾ ਰਹੀਆਂ ਨੇ, ਸੋ ਡੋਰੀ ਦੀ ਕੀ ਜ਼ਰੂਰਤ ਹੈ? ਮੈਰਿਜ ਇੱਕ ਬਹੁਤ ਪਵਿੱਤਰ ਇੰਸਟੀਟਿਊਸ਼ਨ ਹੈ। ਤੁਸੀਂ ਮੈਰਿਜ ਕਰੋ, ਦੋਨੋਂ ਜੀ ਆਪਣਾ ਕਮਾਉਣ, ਆਪਣਾ ਖਾਣ, ਆਪਣੀ ਫੈਮਿਲੀ ਬਣਾਉਣ। ਸਾਨੂੰ ਥੋੜ੍ਹੀ ਜਿਹੀ ਲੋੜ ਇੱਥੇ ਹੈ ਕਿ ਜਿਹੜੇ ਆਪਾਂ ਸੋਚਦੇ ਹਾਂ ਕਿ ਆਪਾਂ ਅੱਜ ਆਪਣੇ ਬੱਚਿਆਂ ਲਈ ਕਮਾ ਲਈਏ, ਫਿਰ ਉਹਨਾਂ ਦੇ ਬੱਚਿਆਂ ਲਈ ਕਮਾ ਲਈਏ, ਉਹਨਾਂ ਦੇ ਵੀ ਬੱਚਿਆਂ ਲਈ ਕਮਾ ਕੇ ਛੱਡ ਜਾਈਏ, 7 ਪੁਸ਼ਤਾਂ ਜਿਹਨੂੰ ਕਹਿੰਦੇ ਬੈਠ ਕੇ ਆਰਾਮ ਨਾਲ ਖਾਣ। ਇਹ ਸੋਚ ਬਦਲਣ ਦੀ ਜ਼ਰੂਰਤ ਹੈ। ਬਿਲਕੁਲ। ਹਿੰਦੁਸਤਾਨ ਦੇ ਵਿੱਚ ਇੰਨੀ ਸਾਰੀ ਖੂਬੀਆਂ ਨੇ, ਜਿੱਦਾਂ ਹੀ ਤੁਸੀਂ ਦੱਸਿਆ ਨੇ ਕਿ ਕੁੜੀਆਂ ਦੇ ਕੋਲ ਕਿੰਨੇ ਸਾਰੇ ਰਾਈਟਸ ਨੇ, ਬਿਲਕੁਲ, ਲੇਕਿਨ ਉਹ ਰਾਈਟਸ ਨੂੰ ਲੈ ਕੇ ਅਵੇਅਰਨੈਸ ਤੇ ਸੋਸ਼ਲੀ ਆਪਣੇ ਮਾਈਂਡਸੈਟ ਨੂੰ ਬਦਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਚਲੋ ਜੀ ਬੱਚੇ ਮੇਜਰ ਹੋ ਗਏ, ਕਮਾਉਣ ਜੋਗੋਗੇ, ਆਪਣਾ ਜਾਓ, ਆਪਣਾ ਮੀਆਂ ਬੀਬੀ ਦੋਨੋਂ ਕਮਾਓ ਖਾਓ। ਬਿਲਕੁਲ, ਇਹ ਸੋਚ ਦੀ ਜ਼ਰੂਰਤ ਹੈ। ਇੱਕ ਤੁਸੀਂ ਜਿਵੇਂ ਗੱਲ ਕੀਤੀ ਤੇ ਮੈਂ ਵੀ ਕਈ ਜਗ੍ਹਾ ਅਜਿਹਾ ਕੁਐਸਚਨ ਵੀ ਫੇਸ ਕੀਤਾ ਹੈ ਤੇ ਕੁੜੀਆਂ ਨੂੰ ਵੀ ਇੱਕ ਮੈਂ ਚਾਹੁੰਦੀ ਹਾਂ ਤੁਸੀਂ ਅਵੇਅਰਨੈਸ ਫੈਲਾਓ ਰਿਗਾਰਡਿੰਗ ਇਸਤਰੀ ਧਨ। ਕਿਉਂਕਿ ਕੀ ਹੁੰਦਾ ਹੈ, ਜ਼ਿਆਦਾਤਰ ਜਦੋਂ ਵੀ ਕੋਈ, ਜੇ ਖੁਦਾ ਨਾ ਖਾਸਤਾ ਕੋਈ ਪ੍ਰੋਬਲਮ ਹੋ ਜਾਂਦੀ ਹੈ ਵਿਆਹ ਤੋਂ ਬਾਅਦ, ਤੇ ਮੁੰਡੇ ਵਾਲੇ ਇਹੀ ਕਹਿੰਦੇ ਨੇ ਕਿ ਬਈ ਅਸੀਂ ਇਹਨੂੰ ਇਹਦਾ ਵਾਲਾ ਗੋਲਡ ਤੇ ਦੇ ਦਿੱਤਾ, ਸਾਡੇ ਵਾਲਾ ਸਾਨੂੰ ਵਾਪਸ ਕਰ ਦਿਓ। ਲੇਕਿਨ ਇਹ ਮੈਂ ਰੇਡੀਓ ਦੇ ਰਾਹੀਂ, ਕਮਿਊਨਿਟੀ ਰੇਡੀਓ ਦੇ ਰਾਹੀਂ ਸਾਰੇ ਸੁਣਨ ਵਾਲੀ ਕੁੜੀਆਂ ਨੂੰ, ਫੀਮੇਲਸ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਤੁਹਾਡੇ ਥਰੂ ਕਿ ਤੁਸੀਂ ਅਵੇਅਰਨੈਸ ਸਪਰੈਡ ਕਰੋ ਕਿ ਇਸਤਰੀ ਧਨ ਕੀ ਹੈ। ਇਸਤਰੀ ਧਨ ਦੇਖੋ ਜੀ, ਜਦੋਂ ਕਿਸੇ ਕੁੜੀ ਦੀ ਮੈਰਿਜ ਹੁੰਦੀ ਹੈ, ਚਾਹੇ ਉਹਨੂੰ ਉਹ ਸੋਨਾ ਸਹੁਰਿਆਂ ਵੱਲੋਂ ਪਿਆ ਜਾਂ ਪੇਕਿਆਂ ਵੱਲੋਂ ਪਿਆ, ਜਿਹੜਾ ਵੀ ਸਮਾਨ ਲੜਕੀ ਨੂੰ ਵਿਆਹ ਵੇਲੇ ਮਿਲਦਾ ਉਹਦਾ ਇਸਤਰੀ ਧਨ ਹੈ। ਜਿਹੜਾ ਇਸਤਰੀ ਧਨ ਹੈ ਉਹਦੇ ਤੇ ਸਿਰਫ ਲੜਕੀ ਦਾ ਰਾਈਟ ਹੈ। ਕੱਲ ਲੜਕੇ ਵਾਲੇ ਇਹ ਨਹੀਂ ਕਹਿ ਸਕਦੇ ਕਿ ਸਾਡਾ ਦੇ ਦਿਓ, ਤੁਹਾਡਾ ਦੇ ਦਿਓ, ਨਾ, ਉਹ ਸਿਰਫ ਲੜਕੀ ਦਾ ਇਸਤਰੀ ਧਨ ਮਿਲ ਗਿਆ ਤੇ ਉਹਦੇ ਤੇ ਉਹਦਾ ਪੂਰਾ ਰਾਈਟ ਹੈ। ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਇੱਕ ਪ੍ਰਾਪਰਟੀ ਜਦੋਂ ਕਿਸੇ ਲੇਡੀ ਦੇ ਹੱਕ 'ਚ ਆ ਜਾਂਦੀ ਹੈ, ਰਜਿਸਟਰੀ ਹੋ ਕੇ, ਜਿਵੇਂ ਕਿ ਬੰਦੇ ਕੀ ਕਹਿੰਦੇ ਆ ਕਿ ਇਹ ਤਾਂ ਜੀ ਅਸੀਂ ਕਰਵਾਤੀ ਸੀ ਆਪਣੀ ਵਾਈਫ ਦੇ ਨਾਮ ਤੇ, ਹੁਣੇ ਵਾਪਸ ਕਰੇ। ਨਹੀਂ, ਉਹ ਗੱਲ ਨਹੀਂ ਹੋ ਸਕਦੀ। ਜਦੋਂ ਕਿਸੇ ਲੇਡੀ ਦੇ ਨਾਮ ਤੇ ਕੋਈ ਪ੍ਰਾਪਰਟੀ ਟ੍ਰਾਂਸਫਰ ਹੁੰਦੀ ਹੈ, ਉਹ ਪ੍ਰਾਪਰਟੀ ਉਹਦੀ ਸੈਲਫ ਅਕਵਾਇਰਡ ਪ੍ਰਾਪਰਟੀ ਬਣ ਜਾਂਦੀ ਹੈ ਤੇ ਕੋਈ ਵੀ ਬੰਦਾ ਉਸ ਪ੍ਰਾਪਰਟੀ ਨੂੰ ਜ਼ਬਰਦਸਤੀ ਉਹਦੇ ਤੋਂ ਨਹੀਂ ਲੈ ਸਕਦਾ। ਇਹ ਉਹਦੀ ਰਾਈਟ ਬਣ ਜਾਂਦਾ ਪ੍ਰਾਪਰਟੀ ਦੇ। ਉਸ ਤੋਂ ਬਾਅਦ ਦਹੇਜ ਨਹੀਂ ਦੇਣਾ, ਦਹੇਜ ਦਾ ਕੋਈ ਮੰਗਣ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ। ਉਸ ਤੋਂ ਬਾਅਦ ਅਸੀਂ ਆਈਏ ਕਿ ਵਿਆਹ ਹੋ ਕੇ ਆ ਗਏ ਤੁਸੀਂ, ਤੁਹਾਡਾ ਉਸ ਘਰ ਤੇ ਜਿਹੜਾ ਇਨ-ਲਾਜ਼ ਦਾ ਘਰ ਹੈ ਉਹ ਤੁਹਾਡਾ ਸ਼ੇਅਰਡ ਹਾਊਸ ਹੋਲਡ ਹੈ। ਉਸ ਘਰ ਵਿੱਚ ਤੁਹਾਨੂੰ ਰਹਿਣ ਦਾ ਪੂਰਾ ਹੱਕ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਜਾ ਵੀ ਤੂੰ ਨਿਕਲ ਜਾ। ਉਸ ਲੜਕੀ ਨੂੰ ਜਿਹੜੀ ਵਿਆਹ ਕੇ ਗਈ ਹੈ ਉਹਦਾ ਉਸ ਘਰ ਤੇ ਉਨਾ ਹੀ ਹੱਕ ਹੈ ਜਿੰਨਾ ਤੁਹਾਡਾ ਹੈ। ਸੋ ਉਹਦੀ ਇੱਕ ਸ਼ੇਅਰਡ ਹਾਊਸ ਹੋਲਡ ਹੈ। ਕੋਰਟ ਵਿੱਚ ਡੋਮੈਸਟਿਕ ਵਾਇਲੈਂਸ ਐਕਟ ਇੱਕ ਹੈਗਾ, ਉਹਦੇ ਤਹਿਤ ਤੁਹਾਨੂੰ ਸ਼ੇਅਰਡ ਹਾਊਸ ਹੋਲਡ, ਜਿਹੜਾ ਕਿ ਤੁਹਾਡੀ ਇਨ-ਲਾਜ਼ ਦੀ ਪ੍ਰਾਪਰਟੀ ਹੈ ਜਾਂ ਤੁਹਾਡੇ ਹਸਬੈਂਡ ਦਾ ਜਿਹੜਾ ਘਰ ਹੈ, ਉਹਦੇ ਤੇ ਤੁਹਾਨੂੰ ਸਟੇ ਮਿਲ ਸਕਦੀ ਹੈ। ਓਕੇ, ਤੇ ਅਸੀਂ ਜਾਣਨਾ ਚਾਹੁੰਦੇ ਹਾਂ ਥੋੜਾ ਹੋਰ ਇਲੈਬੋਰੇਟ ਤੁਸੀਂ ਡੋਮੈਸਟਿਕ ਵਾਇਲੈਂਸ ਜਿਹੜਾ ਐਕਟ ਹੈ ਉਹਦੇ ਬਾਰੇ ਤੇ ਕੀ ਪ੍ਰੋਟੈਕਸ਼ਨ ਨੇ ਕੁੜੀ ਨੂੰ ਮਿਲਦੀ ਉਸ ਐਕਟ ਦੇ ਤਹਿਤ? ਜੀ, ਇੱਕ ਲੜਕੀ ਨੂੰ ਰਾਈਟ ਹੈ ਕਿ ਪਹਿਲੀ ਗੱਲ ਆਪਣਾ ਸਹੁਰਾ ਘਰ ਨਹੀਂ ਛੱਡਣਾ, ਠੀਕ ਹੈ ਜੀ। ਉਸੇ ਘਰ ਤੇ ਤੁਹਾਨੂੰ ਸਟੇ ਮਿਲ ਸਕਦੀ ਹੈ, ਰੈਜ਼ੀਡੈਂਸ ਆਰਡਰ ਮਿਲ ਸਕਦੇ ਹੈ। ਸੈਕੰਡਲੀ, ਲੜਕੀ ਰਹਿਣ ਤਾਂ ਚਲੀ ਜਾਏਗੀ ਲੇਕਿਨ ਉਹਦੀ ਪ੍ਰੋਟੈਕਸ਼ਨ ਨਹੀਂ ਹੈ, ਕੱਲ ਮਾਰ ਦੇਣਗੇ ਜਾਂ ਕੁਝ ਕਰ ਦੇਣਗੇ। ਤਾਂ ਇਸ ਐਕਟ ਦੇ ਤਹਿਤ ਤੁਹਾਨੂੰ ਪ੍ਰੋਟੈਕਸ਼ਨ ਆਰਡਰਸ ਵੀ ਮਿਲਦੇ ਆ ਕਿ ਭਾਈ ਤੁਹਾਡੀ ਇਸ ਘਰ ਵਿੱਚੋਂ ਇਹ ਜਿਹੜਾ ਪੋਰਸ਼ਨ ਹੈ ਲੜਕੀ ਨੂੰ ਸੈਪਰੇਟ ਦੇ ਦਿੱਤਾ, ਇਸ ਪੋਰਸ਼ਨ 'ਚ ਕੋਈ ਇੰਟਰਫੇਅਰ ਨਹੀਂ ਕਰੇਗਾ, ਕੋਈ ਐਂਟਰ ਵਿਦਆਊਟ ਉਹਦੀ ਮਰਜ਼ੀ ਤੋਂ ਨਹੀਂ ਕਰੇਗਾ। ਸੋ ਉਹ ਜਿਹੜੀ ਉਹਨੂੰ ਸਟੇ ਮਿਲ ਜਾਂਦੀ ਤੇ ਪਲੱਸ ਪ੍ਰੋਟੈਕਸ਼ਨ ਆਰਡਰ ਮਿਲ ਜਾਂਦੇ ਆ। ਜੇ ਕੋਈ ਇਹਨਾਂ ਪ੍ਰੋਟੈਕਸ਼ਨ ਆਰਡਰਸ ਨੂੰ ਵਾਇਲੇਟ ਕਰਦਾ ਹੈ ਜਾਂ ਲੜਕੀ ਨੂੰ ਮਾਰਦਾ ਹੈ ਤਾਂ ਉਹਦੇ ਤੇ ਫਿਰ ਦੁਬਾਰਾ ਅੰਡਰ ਸੈਕਸ਼ਨ 31 ਆਫ ਡੋਮੈਸਟਿਕ ਵਾਇਲੈਂਸ ਐਕਟ ਪਰਚਾ ਦਰਜ ਹੋ ਜਾਂਦਾ ਹੈ, ਕੰਪਲੇਂਟ ਹੋ ਜਾਂਦੀ ਹੈ, ਜਿਹਦੇ ਵਿੱਚ 7 ਸਾਲ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਹੈ। ਮਤਲਬ
ਕੋਈ ਵੀ ਕੁੜੀ ਆਪਣੇ ਆਪ ਨੂੰ ਕਿਧਰੇ ਐ ਨਾ ਸੋਚੇ ਕਿ ਮਾਪਿਓ ਨੇ ਕਹਿ ਦਿੱਤਾ ਹੈ ਵਿਆਹ ਤੋਂ ਬਾਅਦ ਕਿ ਹੁਣ ਤੂੰ ਮੁੜ ਕੇ ਨਹੀਂ ਵੇਖਣਾ, ਹੁਣ ਤੂੰ ਆਪਣਾ ਘਰ ਖੁਦ ਸੰਭਾਲ, ਤੂੰ ਕਰ ਸਕਦੀ ਹੈ, ਉਹੀ ਤੇਰੇ ਮਾਂ-ਬਾਪ, ਉਹੀ ਤੇਰੀ ਫੈਮਿਲੀ ਹੈ। ਇਹ ਗੱਲ ਨੂੰ ਤੁਸੀਂ ਸਮਝੋ ਦਿਲ ਤੋਂ, ਬਹੁਤ ਚੰਗੀ ਗੱਲ ਹੈ। ਲੇਕਿਨ ਜੇ ਕੋਈ ਦਿੱਕਤ ਆ ਰਹੀ ਹੈ, ਕੋਈ ਪ੍ਰੋਬਲਮ ਆ ਰਹੀ ਹੈ ਔਰ ਤੁਹਾਨੂੰ ਲੱਗ ਰਿਹਾ ਕਿ ਉਸ ਨੂੰ ਸੌਟ ਆਊਟ ਤੁਸੀਂ ਨਹੀਂ ਕਰ ਪਾ ਰਹੇ ਹੋ, ਆਪਣੀ ਜਾਨ ਤੇ ਬਣ ਆ ਰਹੀ ਹੈ, ਤੁਹਾਡੇ ਉੱਤੇ ਅਤਿਆਚਾਰ ਹੋ ਰਿਹਾ ਹੈ, ਤੇ ਬਿਲਕੁਲ ਜੀ ਸਰਕਾਰ ਇਹ ਕਹਿੰਦੀ ਹੈ, ਸਾਡਾ ਮਾਨਨੀय ਕੋਰਟ ਇਹ ਕਹਿੰਦਾ ਕਿ ਤੁਹਾਡੇ ਕੋਲ ਬਹੁਤ ਸਾਰੇ ਰਾਈਟਸ ਨੇ। ਜੀ ਜਿਵੇਂ ਕਿ ਤੁਸੀਂ ਸਾਨੂੰ ਦੱਸ ਰਹੇ ਹੋ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਸਾਡੇ ਕੋਲ ਐਕਟ ਹੈ ਜਿਹਦੇ ਉੱਤੇ ਬਹੁਤ ਸਾਰੀ ਚੀਜ਼ਾਂ ਮਿਲ ਰਹੀਆਂ ਨੇ। ਬਿਲਕੁਲ ਮੈਮ ਅਗਲਾ ਸਵਾਲ ਮੇਰਾ ਹੈਗਾ ਮੇਨਟੇਨੈਂਸ ਦੇ ਰਿਗਾਰਡਿੰਗ, ਜੀ ਕਿ ਕੁੜੀ ਟੈਨਸ਼ਨ ਵਿੱਚ ਹੈ, ਉਹਨੇ ਪਹਿਲੇ ਤੇ ਜਾ ਕੇ ਉਹ ਡਰਦੀ ਹੈ ਕਿ ਉਹ ਕਿੱਦਾਂ ਜਾ ਕੇ ਰਿਪੋਰਟ ਕਰਾਏ, ਜੀ ਹੈ ਨਾ। ਫਿਰ ਜੀ ਰਿਪੋਰਟ ਤੋਂ ਬਾਅਦ ਉਹਦੇ ਵਕੀਲ ਉਹਨਾਂ ਨੂੰ ਦੱਸਦੇ ਨੇ ਕਿ ਇੱਦਾਂ ਇੱਦਾਂ ਦਾ ਕੰਮ ਕਰਨਾ ਹੈ। ਇਹਦੇ ਜੀ ਨਾਲ ਮੇਨਟੇਨੈਂਸ ਤੋਂ ਪਹਿਲੇ ਮੈਂ ਇਹ ਵੀ ਪੁੱਛਣਾ ਚਾਹਾਂਗੀ ਤੁਹਾਡੇ ਤੋਂ ਕਿ ਅਪਰੋਚ ਕਿੱਦਾਂ ਕਰੇ। ਜੀ ਕੁਛ ਇੱਕ ਦੇ ਕੋਲ ਪੈਸਾ ਨਹੀਂ ਹੈ, ਕੁਛ ਇੱਕ ਗਰੀਬ ਘਰ ਤੋਂ ਨੇ, ਕੁਛ ਇੱਕ ਨੂੰ ਨਹੀਂ ਪਤਾ, ਕੁਝ ਜਿਹੜੀ ਕੁੜੀਆਂ ਨਹੀਂ ਵੀ ਕਮਾਉਂਦੀਆਂ, ਜੀ ਉਹ ਕਿੱਦਾਂ ਅਪਰੋਚ ਕਰਨ, ਕਿਹੜੇ ਤਰੀਕੇ ਨਾਲ ਉਹ ਲੀਗਲ ਰਸਤਾ ਅਪਣਾਉਣ ਕਿ ਜੀ ਕੁਝ ਉਹਨਾਂ ਨੂੰ ਫ੍ਰੀ ਵੀ ਮਿਲ ਰਿਹਾ, ਜੀ ਕੁਝ ਮੁਫਤ। ਬਿਲਕੁਲ 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 ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਦ ਜਿਵੇਂ ਕਿ ਕੋਈ ਲੜਕੀ ਹੈ, ਜੀ ਕੋਈ ਉਹਦੇ ਤੇ ਵਾਇਲੈਂਸ ਹੋ ਰਿਹਾ, ਉਹਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈ ਜਾਂ ਉਹ ਡਰਦੀ ਹੈ ਕੰਪਲੇਂਟ ਕਰਨ ਤੋਂ, ਤਾਂ ਦੇਖੋ ਹਰ ਕਚਹਿਰੀ ਵਿੱਚ ਇੱਕ ਦਫ਼ਤਰ ਬਣਿਆ ਹੋਇਆ ਫਰੰਟ ਆਫਿਸ, ਉੱਥੇ ਤੁਹਾਨੂੰ ਹਰ ਕਚਹਿਰੀ 'ਚ ਫ੍ਰੀ ਲੀਗਲ ਸਰਵਿਸਿਜ਼ ਦੀ ਪ੍ਰੋਵੀਜ਼ਨ ਅਵੇਲੇਬਲ ਹੈ ਹਰ ਲੇਡੀ ਲਈ, ਚਾਹੇ ਉਹ ਜਿੰਨਾ ਮਰਜ਼ੀ ਕਮਾ ਰਹੀ ਹੈ ਚਾਹੇ ਨਹੀਂ ਕਮਾ ਰਹੀ, ਹਰ ਇਸਤਰੀ, ਹਰ ਬੰਦਾ ਜਿਹਦੀ ਸਾਲਾਨਾ ਇਨਕਮ 3 ਲੱਖ ਰੁਪਏ ਤੋਂ ਘੱਟ ਹੈ, ਜੀ ਹਰ SC ST ਕਾਸਟ ਨਾਲ ਬਿਲੋਂਗ ਕਰਨ ਵਾਲੇ, ਹਰ ਕੋਈ ਬੇਗਾਰ ਦਾ ਮਾਰਿਆ, ਜਾਂ ਫਿਰ ਹਰ ਜਿੱਦਾਂ ਸੀਨੀਅਰ ਸਿਟੀਜ਼ਨ ਆਪਾਂ ਕਹਿ ਸਕਦੇ ਹਾਂ, ਇਹਨਾਂ ਨੂੰ ਬਿਲਕੁਲ ਫ੍ਰੀ ਲੀਗਲ ਸਰਵਿਸਿਜ਼ ਦੀ ਪ੍ਰੋਵੀਜ਼ਨ ਹੈ। ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਏਗਾ। ਉੱਥੇ ਸਾਡੇ ਵਲੰਟੀਅਰ ਜਾਂ ਪੈਨਲ ਲਾਇਰ ਬੈਠੇ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਗਾਈਡ ਵੀ ਕਰਦੇ ਨੇ, ਤੁਹਾਡਾ ਫਾਰਮ ਵੀ ਭਰਦੇ ਨੇ, ਤੁਹਾਨੂੰ ਬਿਲਕੁਲ ਫ੍ਰੀ ਵਕੀਲ ਮਿਲਦਾ ਹੈ ਜੋ ਕਿ ਤੁਹਾਡਾ ਕੇਸ ਬਿਲਕੁਲ ਫ੍ਰੀ ਲੜਦਾ ਹੈ। ਸੋ ਜੇ ਤੁਹਾਨੂੰ ਕੋਈ ਕੰਪਲੇਂਟ ਵੀ ਹੈ, ਤੁਸੀਂ ਆਓ, ਹਰ ਬੰਦੇ ਲਈ ਉਸ ਆਫਿਸ ਵਿੱਚ ਫ੍ਰੀ ਲੀਗਲ ਐਡਵਾਈਸ ਵੀ ਹੈ, ਚਾਹੇ ਉਹ ਇਸ ਕੈਟਾਗਰੀ 'ਚ ਆ ਰਿਹਾ ਚਾਹੇ ਨਹੀਂ ਹੈ। ਤੁਸੀਂ ਆਓ, ਆਪਣੀ ਕੰਪਲੇਂਟ ਲਿਖਾਓ। ਪਹਿਲੀ ਗੱਲ, ਸਹਿਣਾ ਨਹੀਂ। ਦੇਖੋ ਕੁੜੀਆਂ ਕੀ ਕਹਿੰਦੀਆਂ, ਕੋਈ ਨਹੀਂ ਸਹਿ ਲੈਂਦੇ ਆ, ਸਹਿ ਲੈਂਦੇ ਆ, ਸਹਿ ਲੈਂਦੇ ਆ, ਮਾਰ ਸਹਿ ਲੈਂਦੇ ਆ। ਜਦੋਂ ਇੱਕ ਵਾਰੀ ਤੁਸੀਂ ਕਿਸੇ ਨੂੰ ਪਰਮਿਟ ਕਰਤਾ ਤਾਂ ਉਹ ਬੰਦੇ ਦੇ ਹੱਥ ਖੁੱਲ ਗਏ। ਬਿਲਕੁਲ। ਔਰ ਬਹੁਤ ਹਾਲ ਫਿਲਹਾਲ ਅਜਿਹੇ ਕੇਸਿਸ ਹੋਏ ਨੇ ਜਿਹਦੇ ਵਿੱਚ ਸਾਨੂੰ ਪਤਾ ਹੈ ਕਿ ਕੁੜੀ ਨੇ ਆਪਣੇ ਆਪ ਨੂੰ ਫਾਈਨਲੀ ਹਰਟ ਕਰ ਲਿਆ। ਹੱਟ ਕਰ ਲਿਆ, ਆਪਣੇ ਆਪ ਨੂੰ ਮਾਰ ਫਿਰ ਕੀ ਕਰ ਲੈਂਦੀ ਆ, ਸਕਦੇ ਹੋ ਬਦਲਾ? ਆਪਣੇ ਆਪ ਨੂੰ ਹਾਂ ਫਾਂਸੀ ਕਿਉਂ ਲੈਣੀ? ਟੈਨਸ਼ਨ ਹਮੇਸ਼ਾ ਕਹਿੰਦੇ ਦੇਣ ਦੀ ਚੀਜ਼ ਹੈ, ਲੈਣ ਦੀ ਚੀਜ਼ ਨਹੀਂ ਹੈ। ਸੋ ਹਾਂਜੀ, ਟੈਨਸ਼ਨ ਯੈਸ ਦਈ ਹੈ, ਲਈ ਦੀ ਨਹੀਂ। ਕਿਉਂ ਲੈਣੀ ਟੈਨਸ਼ਨ? ਠੀਕ ਹੈ, ਤੁਹਾਡੇ ਕੋਲ ਰਾਈਟਸ ਹੈ, ਤੁਸੀਂ ਆਪਣੇ ਰਾਈਟਸ ਨਾਲ ਜਾਣੂ ਹੋਵੋ, ਤੁਸੀਂ ਕੰਪਲੇਂਟ ਦਿਓ। ਇੱਕ ਲੜਕੀ ਦੀ ਮੈਰਿਜ ਤੋਂ 7 ਸਾਲ ਤੱਕ ਦਾ ਵੈਸੇ ਜੁਰਿਸਡਿਕਸ਼ਨ ਦਾ ਟਾਈਮ ਹੈ ਡੋਰੀ ਦੀ ਕੰਪਲੇਂਟ ਦਾ। ਠੀਕ ਹੈ ਜੀ, 7 ਸਾਲ ਤੱਕ ਤੁਸੀਂ ਕਦੀ ਵੀ ਆਪਣੀ ਕੰਪਲੇਂਟ ਦੇ ਸਕਦੇ ਹੋ। ਉਹਦੇ ਤੇ ਪੁਲਿਸ ਪੂਰਾ ਪ੍ਰੋਪਰ ਇਨਕੁਆਇਰੀ ਕਰਕੇ ਪਰਚਾ ਦਰਜ ਕਰਦੀ ਹੈ। ਉਹ ਹੋ ਗਿਆ ਜੀ ਤੁਹਾਡਾ 498 ਕਰੂਐਲਿਟੀ। ਇੱਕ ਮੈਂ ਗੱਲ ਦੱਸਣਾ ਚਾਹੁੰਦੀ ਕਿ ਲੋਕਾਂ ਨੂੰ ਇਹ ਹੁੰਦਾ ਦਾਜ ਦਾ ਪਰਚਾ। ਉਹ ਦਾਜ ਦਾ ਪਰਚਾ ਨਹੀਂ ਹੈ। 498A ਇਜ਼ ਰਿਗਾਰਡਿੰਗ ਕਰੂਐਲਿਟੀ। ਜੇ ਤੁਹਾਨੂੰ ਦਾਜ ਨਹੀਂ ਵੀ ਹੈ, ਤੁਹਾਡੇ ਤੇ ਕਰੂਐਲਿਟੀ ਹੋ ਰਹੀ ਹੈ, ਤਾਂ ਵੀ 498A ਦੇ ਤਹਿਤ ਤੁਹਾਡੇ ਇਨ-ਲॉज ਦੇ ਖਿਲਾਫ ਪਰਚਾ ਦਰਜ ਹੋਏਗਾ, ਜੀ ਜਿਹਦੇ 'ਚ ਕਿ ਤੁਹਾਡਾ ਹਸਬੈਂਡ, ਮਦਰ ਇਨ-ਲॉ, ਫਾਦਰ ਇਨ-ਲॉ ਜੋ ਵੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਮੈਂਟਲੀ ਤੌਰ ਤੇ, ਤਾਂ ਇਟਸ ਰਿਗਾਰਡਿੰਗ ਕਰੂਐਲਿਟੀ, ਨੋਟ ਰਿਗਾਰਡਿੰਗ ਡੋਰੀ, ਕਿ ਹਾਏ ਅਸਾਂ ਡੋਰੀ ਨਹੀਂ ਲਈ ਜਾਂ ਨਹੀਂ ਦਿੱਤੀ ਪਰ ਮੈਨੂੰ ਪਰੇਸ਼ਾਨ ਕਰ ਰਿਹਾ, ਹੁਣ ਮੈਂ ਪਰਚਾ ਕਿਵੇਂ ਕਰਾਵਾਂ? ਸੋ ਇਟਸ ਰਿਗਾਰਡਿੰਗ ਕਰੂਐਲਿਟੀ। ਜੇ ਮੰਗ ਰਿਹਾ ਕੋਈ ਦਾਜ, ਤੁਹਾਨੂੰ ਤੰਗ ਕਰ ਰਿਹਾ, ਤਾਂ ਕਰੂਐਲਿਟੀ ਦਾ ਹੈ ਨਾ, ਜੀ ਤਾਂ ਤੁਸੀਂ ਪਰਚਾ ਤੁਹਾਡਾ ਹੋ ਸਕਦਾ ਹੈ। ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਮੇਨਟੇਨੈਂਸ ਦੀ ਜੀ ਤੁਸੀਂ ਗੱਲ ਕਰ ਰਹੇ ਸੀਗੇ, ਅੰਡਰ ਸੈਕਸ਼ਨ 125 ਆਫ CRPC, ਠੀਕ ਹੈ, ਤੁਹਾਨੂੰ ਰਾਈਟ ਹੈ ਕਿ ਤੁਸੀਂ ਆਪਣੀ ਮੇਨਟੇਨੈਂਸ ਕਲੇਮ ਕਰੋ। ਮੇਨਟੇਨੈਂਸ ਦੇ ਕੇਸ ਵਿੱਚ ਤੁਹਾਨੂੰ ਕੱਚੀ ਮੇਨਟੇਨੈਂਸ ਵੀ ਲੱਗ ਜਾਂਦੀ ਹੈ ਕਿ ਜਦ ਤੱਕ ਕੇਸ ਚੱਲ ਰਿਹਾ ਉਦੋਂ ਤੱਕ ਕੋਰਟ ਤੁਹਾਨੂੰ ਇੱਕ ਕੱਚੀ ਮੇਨਟੇਨੈਂਸ ਗ੍ਰਾਂਟ ਕਰ ਸਕਦੀ ਹੈ। ਉਹਦੇ ਵਿੱਚ ਤੁਹਾਨੂੰ ਲਿਟੀਗੇਸ਼ਨ ਐਕਸਪੈਂਸਿਸ ਵੀ ਮਿਲਦੇ ਆ ਤਾਂ ਕਿ ਉਹ ਲੇਡੀ ਆਪਣਾ ਕੇਸ ਪ੍ਰੋਪਰ ਲੜ ਸਕੇ। ਜੀ ਤੁਹਾਨੂੰ ਜੇ ਫ੍ਰੀ ਲੀਗਲ ਸਰਵਿਸਿਜ਼ ਮਿਲ ਵੀ ਗਈ ਤਾਂ ਵੀ ਤੁਸੀਂ ਆਣਾ ਜਾਣਾ ਤਾਂ ਹੈ ਨਾ, ਬੱਚਿਆਂ ਦੇ ਖਰਚੇ ਵੀ ਕਰਨੇ, ਆਪਣਾ ਖਰਚਾ ਵੀ ਕਰਨਾ। ਜਿੰਨੀ ਤੁਹਾਡੇ ਹਸਬੈਂਡ ਦੀ ਇਨਕਮ ਹੈ ਉਹਦਾ 1/3 ਜਿਹੜਾ ਹੈ ਉਹ ਤੁਹਾਨੂੰ ਲੱਗ ਜਾਂਦਾ ਮੇਨਟੇਨੈਂਸ ਤੇ, ਪਲੱਸ ਕੋਰਟ ਦੀ ਮਰਜ਼ੀ, ਉਹ ਜਿੰਨਾ ਮਰਜ਼ੀ ਦੇ ਉੱਪਰ ਵੀ ਲਗਾ ਸਕਦੀ ਹੈ ਬੱਚਿਆਂ ਲਈ। ਕੰਪਲੇਂਟ ਪਾ ਕੇ 128 ਚ ਐਗਜ਼ੀਕਿਊਸ਼ਨ ਪਾ ਕੇ ਅੰਡਰ ਸੈਕਸ਼ਨ 128 ਜੀ CRPC ਉਸ ਬੰਦੇ ਨੂੰ 1 ਮਹੀਨੇ ਦੀ ਜੇਲ੍ਹ ਤੱਕ ਦਾ ਵੀ ਪ੍ਰੋਵੀਜ਼ਨ ਹੈ ਅੱਛਾ ਜੀ। ਜੇ ਉਹ ਮੇਨਟੇਨੈਂਸ ਨਹੀਂ ਦੇ ਰਿਹਾ, ਉਸ ਤੋਂ ਬਾਅਦ ਵੀ ਉਹ ਅਮਾਊਂਟ ਤੁਹਾਡੀ ਖੜੀ ਹੈ, ਉਹਨੂੰ ਫਿਰ ਵੀ ਅਮਾਊਂਟ ਦੇਣੀ ਪੈਣੀ ਹੈ। ਇਹ ਨਹੀਂ ਕਿ ਜੇਲ੍ਹ ਚਲਾ ਗਿਆ ਤਾਂ ਕੱਟ ਗਈ, ਨੋ। ਉਹਦੀ ਪ੍ਰੋਪਰਟੀ ਜਿਹੜੀ ਹੈ ਉਹਨੂੰ ਅਟੈਚ ਕਰਕੇ ਵੀ ਤੁਸੀਂ ਆਪਣੀ ਜਿਹੜੀ ਮੇਨਟੇਨੈਂਸ ਕਲੇਮ ਕਰ ਸਕਦੇ ਹੋ।
ਓਕੇ, ਬਹੁਤ ਬਹੁਤ ਸਾਰਾ ਕਵਾਂਗੇ ਕਿ ਰਾਈਟ ਸਾਡੇ ਕੋਲ ਹੈ। ਰਾਈਟਸ ਦ ਹੈ, ਫਰਕ ਹੈ ਕਿ ਹਰ ਬੰਦਾ ਉਸ ਨੂੰ ਲੈ ਕੇ ਅਵੇਅਰ ਨਹੀਂ ਹੋ ਰਿਹਾ, ਔਰ ਅਵੇਅਰ ਨਹੀਂ, ਜਿਹੜੀ ਗੱਲਾਂ ਤੁਸੀਂ ਦੱਸ ਰਹੇ ਹੋ, ਮੈਂ ਨਹੀਂ ਚਾਹੁੰਦੀ ਕਿ ਸਿਰਫ ਉਹ ਕੁੜੀਆਂ ਸੁਣਨ, ਉਹ ਬਿਲਕੁਲ। ਮੁੰਡੇ ਵੀ ਸੁਣਨੇ ਚਾਹੀਦੇ ਨੇ, ਤਾਂ ਕਿ ਉਹ ਵੀ ਅਵੇਅਰ ਰਹਿਣ ਕਿ ਉਹਨਾਂ ਦੀ ਜਿਹੜੀ ਘਰ ਆਉਣ ਵਾਲੀ ਕੁੜੀ ਹੈ ਜਾਂ ਫਿਰ ਉਹਨਾਂ ਦੀ ਜਿਹੜੀ ਬੱਚੀ ਹੈ, ਜੀ ਉਹਦੇ ਕੋਲ ਕਿੰਨਾ ਰਾਈਟ ਹੈ, ਤਾਂ ਕਿ ਜੀ ਉਹ ਵੀ ਸਮਵੇਅਰ ਮੈਂਟਲੀ ਵੀ ਫ੍ਰੀ ਹੋਣ ਕਿ ਸਾਡੀ ਕੁੜੀਆਂ ਦੇ ਕੋਲ ਇੰਨੇ ਰਾਈਟ ਨੇ। ਗੀਤ ਜੀ, ਲੜਕੀਆਂ ਖਿਡੌਣਾ ਨਹੀਂ ਹੈ ਜੋ 4 ਦਿਨ ਰੱਖ ਕੇ 5ਵੇਂ ਦਿਨ ਲੱਗ ਜਾਂਦਾ, ਨਹੀਂ ਇਹਨੂੰ ਨਹੀਂ ਰੱਖਣਾ, ਹੂੰ ਮੈਨੂੰ ਤਾਂ ਵਧੀਆ ਰਿਸ਼ਤਾ ਆ ਰਿਹਾ ਸੀ, ਮੈਂ ਤਾਂ ਉੱਧਰ ਵਿਆਹ ਕਰਨਾ ਹੂੰ ਹੈ ਨਾ, ਇੱਧਰ ਨਹੀਂ, ਮੈਂ ਇੱਧਰ, ਇਹ ਖਿਡੌਣਾ ਨਹੀਂ ਹੈ ਵਿਆਹ, ਹੈ ਨਾ, ਜਾਂ ਤਾਂ ਕਰਾਓ ਹੀ ਨਾ, ਜਾਂ ਤੇ ਕਰਾਓ ਹੀ ਨਾ, ਹੈ ਨਾ। ਬਿਲਕੁਲ। ਜੇ ਕਰਾਉਣਾ ਹੀ ਆ ਤਾਂ ਫਿਰ ਐਟਲੀਸਟ ਆਪਣੀ ਜ਼ਿੰਮੇਵਾਰੀਆਂ ਸਮਝੋ, ਉਹਨਾਂ ਨੂੰ ਨਿਭਾਓ, ਇੱਕ ਬੈਲੈਂਸ ਬਣਾਉਣਾ ਸਿੱਖੋ ਕਿ ਮਾਂ-ਬਾਪ ਤੇ ਵਾਈਫ ਦੋਨਾਂ ਨੂੰ ਮੇਨਟੇਨ ਕਰਨਾ, ਨੋ ਡਾਊਟ ਮੁੰਡੇ ਲਈ ਔਖਾ ਹੈ, ਪਰ ਮੇਨਟੇਨ ਕਿਵੇਂ ਕਰਨਾ ਉਹਨੂੰ ਆਉਣਾ ਚਾਹੀਦਾ ਹੈ, ਠੀਕ ਹੈ ਨਾ। ਉਧਰ ਦੀ ਸੁਣ ਕੇ ਮਾਂ-ਬਾਪ ਦੀ ਆਪਣਾ ਆਪਣੇ ਤੱਕ ਰੱਖੋ, ਵਾਈਫ ਦੀ ਸੁਣੀ ਆਪਣੇ ਤੱਕ ਰੱਖੋ, ਤਾਂ ਡਿਸਪਿਊਟ ਹੀ ਨਹੀਂ ਹੋਏਗਾ। ਥੋੜਾ ਵਾਈਫ ਨੂੰ ਬਾਹਰੋਂ ਆਈ ਹੈ, ਜੇ ਫਾਦਰ ਮਦਰ ਡਾਂਟ ਦਿੰਦੇ ਆ, ਉਹ ਤੁਹਾਨੂੰ ਕੰਪਲੇਂਟ ਕਰਦੀ ਆ, ਥੋੜਾ ਜਿਹਾ ਸੁਣੋ ਕਿ ਮੇਰੀ ਵਾਈਫ ਨੂੰ ਕੀ ਹੈ, ਮਦਰ ਫਾਦਰ ਨੂੰ ਸਮਝਾਓ ਕਿ ਉਹਨੂੰ ਪ੍ਰੋਪਰ ਉਹਦੀ ਬਣਦੀ ਰਿਸਪੈਕਟ ਦਿਓ, ਠੀਕ ਹੈ ਜੀ। ਈਵਨ ਡੋਮੈਸਟਿਕ ਵਾਇਲੈਂਸ ਐਕਟ 'ਚ ਵੀ ਤੁਹਾਨੂੰ ਮੇਨਟੇਨੈਂਸ ਦਾ ਰਾਈਟ ਹੈ, ਡੋਮੈਸਟਿਕ ਵਾਇਲੈਂਸ ਐਕਟ 'ਚ ਵੀ ਤੁਸੀਂ ਮੇਨਟੇਨੈਂਸ ਲੈ ਸਕਦੇ ਹੋ, ਪਲੱਸ ਉਹਦੇ 'ਚ ਗੀਤ ਤੁਸੀਂ ਕੰਪਨਸੇਸ਼ਨ ਵੀ ਲੈ ਸਕਦੇ ਹੋ, ਜੀ ਜਿਹੜਾ ਕਿ ਤੁਹਾਨੂੰ ਮੈਂਟਲੀ ਹਰਾਸ ਹੋਇਆ, ਜਿਹੜਾ ਤੁਹਾਨੂੰ ਫਿਜ਼ੀਕਲੀ ਹਰਾਸ ਹੋਇਆ, ਤੁਹਾਨੂੰ ਕੋਈ ਡਾਕਟਰੀ ਟ੍ਰੀਟਮੈਂਟ ਲੈਣਾ ਪਿਆ, ਉਹਦੇ ਲਈ ਤੁਸੀਂ ਉਹ ਕੰਪਨਸੇਸ਼ਨ ਵੀ ਕਲੇਮ ਕਰ ਸਕਦੇ ਹੋ ਬਹੁਤ ਡੋਮੈਸਟਿਕ ਵਾਇਲੈਂਸ ਐਕਟ 'ਚ ਓਕੇ। ਜੀ। ਤੇ ਜੇ ਕੁਝ ਕੁੜੀਆਂ, ਮੈਂ ਸੁਣੀ ਵੀ ਉਹਨਾਂ ਦੀ ਗੱਲ, ਕੁਝ ਦੇ ਬਾਰੇ ਚ ਪੜਿਆ ਵੀ ਹੈ, ਜੀ ਇਹ ਕੁਝ ਉਹਨਾਂ ਦੀ ਫੈਮਿਲੀ ਵਾਲੇ ਵੀ ਡਰਾ ਦਿੰਦੇ ਨੇ ਉਹਨਾਂ ਨੂੰ ਜੀ ਕਿ ਜੇ ਤੁਸੀਂ ਡਿਵੋਰਸ ਕਰ ਰਹੇ ਹੋ ਆਪਣਾ ਜਾ ਕੇ, ਤੇ ਉਸ ਤੋਂ ਪਹਿਲੇ ਤੁਸੀਂ ਸੋਚ ਲਓ, ਕਿਉਂਕਿ ਡਿਵੋਰਸ ਲੈਣੇ 'ਚ ਟਾਈਮ ਲੱਗ ਜਾਊਗਾ, ਪਤਾ ਨਹੀਂ ਜੀ ਕਈ ਸਾਲੋਂ ਸਾਲ ਲੱਗ ਜਾਂਦੇ ਨੇ, ਜੀ ਮਤਲਬ ਮਿਸਗਾਈਡ ਕਰਨ ਵਾਲੇ ਲੋਕੀ ਬਹੁਤ ਨੇ। ਜੀ ਤੇ ਡਿਵੋਰਸ ਦੇ ਬਾਰੇ ਜਾਨਣਾ ਚਾਹਨੀ ਹੈ ਕਿ ਡਿਵੋਰਸ ਦੇ ਕੀ ਰਾਈਟਸ ਨੇ ਕੁੜੀ ਦੇ ਕੋਲ, ਤੇ ਉਹਦਾ ਬਿਲਕੁਲ ਪ੍ਰੋਸੈਸ ਦੇ ਬਾਰੇ ਵਿੱਚ। ਜੀ ਜੀ, ਆਪਾਂ ਨੂੰ ਅੰਡਰਸਟੈਂਡਿੰਗ ਨਾਲ ਸਮਝਣਾ ਚਾਹੀਦਾ ਕਿ ਜੇ ਤਾਂ ਬਣ ਰਹੀ ਹੈ ਠੀਕ ਹੈ, ਜੀ ਜੇ ਤੁਹਾਡੀ ਨਹੀਂ ਬਣ ਰਹੀ ਤਾਂ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਜੇ ਤੁਸੀਂ ਡਾਈਵੋਰਸ ਵੀ ਲੈ ਰਹੇ ਹੋ ਤਾਂ ਇਟਸ ਨਾਟ ਬੈਡ, ਠੀਕ ਹੈ। ਸਾਰੀ ਉਮਰ ਕਲਪਣ ਨਾਲੋਂ ਚੰਗਾ, ਚੈਚਾ ਪੈਪਾ ਨਾਲੋਂ ਚੰਗਾ ਵੀ ਆਪਣਾ ਵਨ ਸਾਈਡਡ ਕਰ ਲਓ, ਠੀਕ ਹੈ, ਫੈਸਲਾ ਲੈ ਲਓ। ਚਲੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਿਊਚੁਅਲ ਡਾਈਵੋਰਸ ਦੀ। ਜੀ ਮਿਊਚੁਅਲ ਡਾਈਵੋਰਸ ਅੱਜ ਕੱਲ੍ਹ ਕੀ ਹੈ ਕਿ ਬੜੇ ਵਧੀਆ ਪ੍ਰੋਵੀਜ਼ਨ ਹੈ ਐਕਟ 'ਚ, ਸਾਡੇ ਹਿੰਦੂ ਮੈਰਿਜ ਐਕਟ 'ਚ। ਉਹਦੇ 'ਚ ਕੀ ਹੈ ਕਿ ਦੋਨੋਂ ਪਾਰਟੀਜ਼ ਅੰਡਰਸਟੈਂਡਿੰਗ ਨਾਲ ਆਪਣੀ ਟਰਮਸ ਐਂਡ ਕੰਡੀਸ਼ਨਸ ਤੈਅ ਕਰ ਲੈਂਦੀਆਂ ਨੇ ਕਿ ਲੜਕੀ ਦਾ ਇਸਤਰੀ ਧਨ ਵਾਪਸ ਦੇ ਦਿਓ, ਪਲੱਸ ਉਹਨੂੰ ਫਿਊਚਰ ਮੇਨਟੇਨੈਂਸ, ਵਨ ਟਾਈਮ ਐਲੀਮਨੀ ਜਿਹਨੂੰ ਕਹਿੰਦੇ ਆ, ਉਹ ਦੇ ਦਿਓ, ਤੇ 2 ਸਟੇਟਮੈਂਟਸ ਹੁੰਦੀਆਂ ਨੇ, ਠੀਕ ਹੈ ਜੀ। ਪਹਿਲੀ ਸਟੇਟਮੈਂਟ ਹੋਗੀ, ਉਸ ਤੋਂ ਬਾਅਦ ਦੂਸਰੀ ਸਟੇਟਮੈਂਟ ਹੋਗੀ, ਤੇ ਸਭ ਖਤਮ, ਠੀਕ ਹੈ। ਟਰਮਸ ਐਂਡ ਕੰਡੀਸ਼ਨਸ ਫਾਈਨਲ ਕਰਕੇ ਕਿ ਜਿਵੇਂ ਕਿਸੇ ਦਾ ਬੱਚਾ ਵੀ ਹੈ ਜਾਂ ਕਸਟਡੀ ਕਿਹਦੇ ਕੋਲ ਰਹੇਗੀ ਜਾਂ ਕਿਵੇਂ ਰਹੇਗੀ, ਉਹ ਸਭ ਫਾਈਨਲਾਈਜ਼ ਕਰਕੇ ਮਿਊਚੁਅਲ ਡਾਈਵੋਰਸ ਪਾਓ, ਖਤਮ। ਕੋਈ ਐਲੀਗੇਸ਼ਨ ਨਹੀਂ, ਸਿੰਪਲ ਇਹਦੇ 'ਚ ਪਲੀ ਹੁੰਦੀ ਹੈ ਕਿ ਦੋਨਾਂ ਦੀ ਆਪਸ 'ਚ ਨਹੀਂ ਬਣੀ, ਇਸ ਕਰਕੇ ਦੋਨੋਂ ਡਾਈਵੋਰਸ ਲੈ ਰਹੇ ਆ। 1% ਸਾਨੂੰ ਦੂਜੀ ਪਾਰਟੀ ਨਹੀਂ, ਅਸੀਂ ਜੀ ਰੁਪਈਆ ਨਹੀਂ ਦੇਣਾ, ਜਾਂ ਤੂੰ ਜੋ ਕਰਨਾ ਕਰ ਲੈ, ਇਹ ਕਰ ਲੈ, ਲੇਕਿਨ ਲੜਕੀ ਮੈਂਟਲੀ ਪਰੇਸ਼ਾਨ ਹੈ। ਮੈਂ ਗੀਤ ਜੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹਦੇ 'ਚ ਉਹ ਕੰਟੈਸਟਡ ਡਾਈਵੋਰਸ ਪਾ ਸਕਦੀ ਹੈ। ਲੜਕੀ ਆਪਣੇ ਪੇਸਿਸ ਲਿਖ ਕੇ, ਜੋ ਉਹਦੇ ਨਾਲ ਹੋਇਆ ਹੈ, ਸਾਰੇ ਫੈਕਟਸ ਲਿਖ ਕੇ ਕੇਸ 'ਚ ਆਪਣਾ ਡਾਈਵੋਰਸ ਪਾ ਸਕਦੀ ਹੈ। ਉਹਦੇ ਵਿੱਚ ਕੀ ਹੁੰਦਾ ਕਿ ਅੰਡਰ ਸੈਕਸ਼ਨ 24 ਆਫ ਹਿੰਦੂ ਮੈਰਿਜ ਐਕਟ ਤੁਸੀਂ ਫੇਰ ਐਪਲੀਕੇਸ਼ਨ ਲਾ ਸਕਦੇ ਹੋ, ਜਿਹਦੇ ਵਿੱਚ ਫੇਰ ਤੁਹਾਨੂੰ ਖਰਚਾ ਮਿਲਦਾ। ਕਲੇਮ ਤੁਸੀਂ ਇੱਕ ਜਗ੍ਹਾ ਕਰ ਸਕਦੇ ਹੋ, ਲੇਕਿਨ ਪਾ ਤੁਸੀਂ ਸਕਦੇ ਹੋ। ਜਿਵੇਂ ਡਾਈਵੋਰਸ ਪਾਤਾ ਕੱਲਾ, ਮੈਂ ਨਹੀਂ ਇੰਨੇ ਕੇਸ ਪਾਣੇ, ਮੈਂ ਕੱਲਾ ਡਿਵੋਰਸ ਲੈਣਾ, ਉਹਦੇ 'ਚ ਵੀ ਅੰਡਰ ਸੈਕਸ਼ਨ 24 ਤੁਸੀਂ ਪਾਓ ਖਰਚੇ ਦੀ ਐਪਲੀਕੇਸ਼ਨ, ਤੁਹਾਨੂੰ ਖਰਚਾ ਲੱਗੇਗਾ। ਉਹਦੇ 'ਚ ਕੋਈ ਵੀ ਸਪੋਜ਼ ਪਾ ਸਕਦਾ, ਜਾਂ ਵਾਈਫ ਜਾਂ ਹਸਬੈਂਡ ਜਿਹਨੂੰ ਜ਼ਰੂਰਤ ਹੈ, ਉਹ ਦੋਨਾਂ 'ਚ ਕੋਈ ਵੀ ਇੱਕ ਜਾਣਾ ਖਰਚੇ ਦੀ ਐਪਲੀਕੇਸ਼ਨ ਪਾ ਕੇ, ਜੇ ਦੂਜੀ ਪਾਰਟੀ ਖਰਚਾ ਤੁਹਾਨੂੰ ਨਹੀਂ ਦਿੰਦੀ ਤਾਂ ਜਿਹੜਾ ਉਹਨਾਂ ਦਾ ਡਿਫੈਂਸ ਉਹ ਸਟਕ ਆਫ ਹੋ ਜਾਂਦਾ, ਉਹਨਾਂ ਦਾ ਡਿਫੈਂਸ ਨਹੀਂ ਮੰਨਿਆ ਜਾਂਦਾ, ਤਾਂ ਫਿਰ ਉਹਦੇ ਆਧਾਰ ਤੇ ਵੀ ਡਾਈਵੋਰਸ ਹੋ ਜਾਂਦਾ, ਕੁਰੈਲਿਟੀ ਮੰਨੀ ਜਾਂਦੀ ਹੈ ਉਹਨੂੰ। ਪਲੱਸ ਜੇ ਲੇਡੀ ਆਪਣਾ ਪ੍ਰੂਵ ਕਰ ਦਿੰਦੀ ਐਲੀਗੇਸ਼ਨ। ਅੱਛਾ, ਇੱਕ ਸਵਾਲ ਮੇਰੇ ਦਿਮਾਗ 'ਚ ਆ ਰਿਹਾ ਸੀ ਕਿ 2 ਕੇਸਿਸ ਹੋ ਜਾਂਦੇ ਨੇ ਮੈਮ, ਜਿਵੇਂ ਇੱਕ ਕੁੜੀ ਨੇ ਜਾਂ ਇੱਕ ਮੁੰਡੇ ਦੇ ਵੱਲੋਂ ਉਹਨੇ ਪਾ ਦਿੱਤਾ ਡਿਵੋਰਸ ਦਾ ਜੀ ਕਿ ਮੈਂ ਡਿਵੋਰਸ ਦੇਣਾ, ਲੇਕਿਨ ਦੂਜੀ ਵਾਲੀ ਸਾਈਡ ਵਾਲਾ ਉਹਦਾ ਯੈਸ ਨਹੀਂ ਕਰ ਰਿਹਾ ਜੀ ਕਿ ਮੈਂ ਤਾਂ ਨਹੀਂ ਦੇਣਾ, ਜੀ, ਤੜਪਾਵਾਂਗਾ ਜਾਂ ਜਾਂ ਕੋਈ ਵੀ ਕਿ ਮੈਂ ਤਾਂ ਨਹੀਂ ਦੇਣਾ ਯਾਰ, ਜ਼ਿੰਦਗੀ ਖਰਾਬ ਹੈ ਨਾ, ਕਰਾਂਗਾ, ਜ਼ਿੰਦਗੀ ਖਰਾਬ ਰੋਲਾਂਗਾ, ਕਰ, ਐਦਾਂ ਤਾਂ ਬਹੁਤ ਹੁੰਦਾ ਹੈ। ਬਹੁਤ ਤੂੰ ਹੁੰਦਾ, ਵੇਖ, ਤੂੰ ਕਰਕੇ ਵਿਖਾ ਲੈ, ਹਾਂ ਐਦਾਂ ਵਾਲੇ ਬਿਲਕੁਲ, ਚੈਲੰਜਸ ਬੜੇ ਨੇ ਜ਼ਿੰਦਗੀ ਬੜੇ 'ਚ, ਆ, ਔਰ ਇਹ ਹਾਂਜੀ ਵਾਈਸ ਵਰਸਾ ਹੈ ਬਿਲਕੁਲ ਹੈ ਜੀ, ਨਾ। ਔਰ ਇਹਦੇ ਨਾਲ ਇੱਕ ਹੋਰ ਗੱਲ ਕਿ ਕੁਝ ਅਜਿਹੇ ਕੇਸਿਸ ਵੀ ਹੁੰਦੇ ਨੇ ਜਿਹੜੇ ਕੁਝ ਮਿਊਚੁਅਲ ਗੱਲਾਂ ਦੇ ਨਾਲ ਵੀ ਖਤਮ ਹੋ ਜਾਂਦੇ ਨੇ। ਬਿਲਕੁਲ ਠੀਕ ਜੀ। ਉਹ ਕਿਹੜਾ ਕੋਰਟ ਹੈ, ਉੱਥੇ ਕਿੱਦਾਂ ਪਹੁੰਚ ਸਕਦੇ ਆ? ਇਹ ਜੀ ਇਹੀ ਸੈਸ਼ਨ ਕੋਰਟ 'ਚ ਪੈਂਦਾ, ਹਰ ਜ਼ਿਲ੍ਹੇ ਦਾ ਜਿਹੜਾ ਸੈਸ਼ਨ ਕੋਰਟ ਹੁੰਦਾ, ਡਾਈਵੋਰਸ ਵਾਲੇ ਕੇਸਿਸ ਉਹਨਾਂ ਕੋਰਟਸ 'ਚ ਹੀ ਪੈਂਦੇ ਆ ਜੀ।
ਦੋਨੋਂ ਮਿਊਚੁਅਲ ਹੈ, ਚਾਹੇ ਕੰਟੈਸਟਡ ਹੈ, ਸੈਸ਼ਨ ਕੋਰਟ 'ਚ ਪੈਂਦੇ ਆ। ਤੇ ਦੂਜਾ ਜਿਹੜਾ ਮੈਂ ਸਵਾਲ ਪੁੱਛਿਆ ਹੈ ਕਿ ਜੇ ਇੱਕ ਸਾਈਡ ਨੇ, ਇੱਕ ਪਾਰਟਨਰ ਨੇ ਡਿਵੋਰਸ ਦੇ ਦਿੱਤਾ, ਜੀ ਦੂਜਾ ਵਾਲਾ ਨਹੀਂ ਮੰਨ ਰਿਹਾ, ਤੇ ਇਸ ਸਿਚੁਏਸ਼ਨ ਦੇ ਵਿੱਚ ਉਹੀ ਜਿਹਦੇ ਉੱਤੇ contested- ਅਤਿਆਚਾਰ ਹੋਣੇ ਨੇ, ਕੀ ਕਰੇਗਾ? ਕੰਟੈਸਟਡ ਡਾਈਵੋਰਸ ਤੁਸੀਂ ਆਪਣੇ ਪ੍ਰੋਪਰ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਫੈਕਟ ਲਿਖ ਕੇ ਡਿਵੋਰਸ ਪਾਓ, ਦੂਜੀ ਪਾਰਟੀ ਨੂੰ ਸੰਮਨ ਹੋਣਗੇ, ਜੀ। ਉਹ ਅਪੀਅਰ ਹੋਏਗੀ, ਆਪਣਾ ਜਵਾਬ ਦੇਗੀ, ਉਸ ਤੋਂ ਬਾਅਦ ਤੁਹਾਡੀਆਂ ਗਵਾਹੀਆਂ ਹੋਣਗੀਆਂ, ਉਹਨਾਂ ਦੀਆਂ ਗਵਾਹੀਆਂ ਹੋਣਗੀਆਂ, ਫਿਰ ਬਹਿਸ ਹੋਏਗੀ, ਫਿਰ ਉਸ ਤੋਂ ਬਾਅਦ ਕੋਰਟ ਡਿਸਾਈਡ ਕਰਦਾ ਹੈ ਕਿ ਡਾਈਵੋਰਸ ਦੇਣਾ ਹੈ ਜਾਂ ਨਹੀਂ ਦੇਣਾ। ਓਕੇ ਜੇ ਦੂਜੀ ਪਾਰਟੀ ਨਹੀਂ ਪੇਸ਼ ਹੋ ਰਹੀ ਤਾਂ ਹਾਂਜੀ ਫਿਰ ਵੈਸੇ ਐਕਸ ਪਾਰਟੀ ਡਾਈਵੋਰਸ ਗ੍ਰਾਂਟ ਹੋ ਜਾਂਦਾ ਹੈ। ਓਕੇ ਜੀ ਮੈਮ, ਇਹ ਤੇ ਗੱਲ ਹੋਈ ਡਿਵੋਰਸ ਦੀ ਜਾਂ ਮੈਰਿਡ ਲੇਡੀ ਦੀ। ਜੀ ਜੇ ਕੁਝ ਥੋੜੇ ਜਿਹੇ ਅਲੱਗ ਰਾਈਟਸ ਦੇ ਬਾਰੇ 'ਚ ਗੱਲ ਕਰਾਂ, ਜਿਵੇਂ ਇੱਕ ਲੇਡੀ ਕੰਮ ਕਰ ਰਹੀ ਜੀ। ਹੈ, ਸ਼ੀ ਇਜ਼ ਐਟ ਅ ਵਰਕ ਪਲੇਸ, ਜੀ ਤੇ ਵਰਕ ਪਲੇਸ ਦੀ ਜਿਹੜੀ ਹਰਾਸਮੈਂਟ ਹੈ, ਜੀ ਉਸ ਦੇ ਬਾਰੇ 'ਚ ਵੀ ਆਪਾਂ ਅਵੇਅਰਨੈਸ ਚਾਹੁੰਦੇ ਹਾਂ। ਬਿਲਕੁਲ ਕਿਸ ਠੀਕ। ਕਿਸ ਚੀਜ਼ ਦੀ ਹਰਾਸਮੈਂਟ ਪੋਸ਼ ਦੇ ਅੰਦਰ ਆਏਗੀ, ਜਾਂ ਕਿਸ ਕਿਸ ਚੀਜ਼ ਦੀ ਹਰਾਸਮੈਂਟ ਕੁੜੀ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਦੇ ਉੱਤੇ ਉਹ ਆਵਾਜ਼ ਉਠਾਏ, ਜੀ ਤੇ ਇਹ ਇੱਕ ਹਰਾਸਮੈਂਟ ਹੈ। ਜੀ ਇਹਨਾਂ ਹਰਾਸਮੈਂਟਸ ਨੂੰ ਰੋਕਣ ਲਈ ਸੈਕਸ਼ੂਅਲ ਪ੍ਰੀਵੈਂਸ਼ਨ ਐਕਟ ਵੀ ਬਣਿਆ ਇੱਕ ਐਟ ਵਰਕ ਪਲੇਸਿਸ। ਉਹਦੇ ਵਿੱਚ ਕੀ ਹੈ ਕਿ ਹਰ ਲੇਡੀ ਨੂੰ, ਹਰ ਬੰਦੇ ਦੇ ਬਰਾਬਰ ਇਕੁਅਲ ਪੇ ਫॉर ਇਕੁਅਲ ਵਰਕ ਰਾਈਟ ਹੈ, ਕਿ ਜਿੰਨਾ ਬੰਦਾ ਕੰਮ ਕਰ ਰਿਹਾ ਹੈ ਉਹਨੂੰ ਪੇ ਮਿਲ ਰਹੀ ਹੈ, ਉਨੀ ਲੇਡੀ ਨੂੰ ਵੀ ਮਿਲੇਗੀ। ਉਸ ਤੋਂ ਇਲਾਵਾ ਜਿੱਥੇ 10 ਤੋਂ ਘੱਟ ਬੰਦੇ ਆ ਤਾਂ ਇੱਕ ਇੰਟਰਨਲ ਕਮੇਟੀ ਵਰਕਰਸ ਤੋਂ, ਜਾਂ ਜਿੱਥੇ ਜ਼ਿਆਦਾ ਵੀ ਆ ਉੱਥੇ ਵੀ ਇੱਕ ਇੰਟਰਨਲ ਕਮੇਟੀ ਬਣੇਗੀ। ਇਹ EMPLOYER ਦੀ ਡਿਊਟੀ ਹੋਏਗੀ ਕਿ ਉਹ ਇੱਕ ਇੰਟਰਨਲ ਕਮੇਟੀ ਬਣਾਏਗਾ। ਜਿੱਥੋਂ ਤੱਕ ਪੋਸੀਬਲ ਹੋਵੇ ਉਸ ਕਮੇਟੀ ਦੇ ਜਿਹੜੇ 3 ਮੈਂਬਰਸ ਹੈ ਉਹ ਲੇਡੀਜ਼ ਹੋਣਗੀਆਂ, ਫੀਮੇਲ। ਤਾਂ ਇੱਕ ਬੰਦਾ ਹੋ ਸਕਦਾ ਤਾਂ 2 ਲੇਡੀਜ਼ ਰੱਖਣੀਆਂ ਪੈਣੀਆਂ। ਉਹਨਾਂ ਨੂੰ ਰੱਖ ਕੇ, ਜਿੱਦਾਂ ਜੇ ਕੋਈ ਕੰਪਲੇਂਟ ਹੁੰਦੀ ਹੈ ਤਾਂ ਉਹ ਕੰਪਲੇਂਟ ਉਹਦੀ, ਜਿਵੇਂ ਕਿ ਕਿਸੇ ਨੇ ਛੇੜਤਾ, ਕੋਈ ਸੈਕਸ਼ੂਅਲ ਇਸ਼ਾਰਾ ਕਰਤਾ, ਕੋਈ ਗੰਦਾ ਤੁਹਾਨੂੰ ਐਸਾ ਮਤਲਬ ਟੱਚ ਕਰਤਾ ਕਿ ਤੁਹਾਨੂੰ ਬੈਡ ਟੱਚ ਲੱਗਿਆ ਹੋ, ਤਾਂ ਜੇ ਤੁਹਾਨੂੰ ਇਦਾਂ ਦਾ ਕੁਝ ਫੀਲ ਹੋ ਰਿਹਾ, ਕੋਈ ਤੁਹਾਡੇ ਤੋਂ ਸੈਕਸ਼ੂਅਲ ਫੇਵਰਸ ਮੰਗ ਰਿਹਾ ਕਿ ਮੈਂ ਤੈਨੂੰ ਪ੍ਰਮੋਸ਼ਨ ਦੇ ਦੂੰਗਾ, ਮੈਂ ਤੈਨੂੰ ਇਹ ਵਧਾ ਦੂੰਗਾ, ਤਾਂ ਇਹ ਨਾ ਸਭ ਦੇ ਖਿਲਾਫ ਤੁਸੀਂ ਇੱਕ ਜਿਹੜੀ ਇੰਟਰਨਲ ਕਮੇਟੀ EMPLOYER ਬਣਾਉਂਦੇ ਆ, ਇੱਕ ਪ੍ਰੋਪਰ ਉਹਨਾਂ ਦੀ ਡਿਊਟੀ EMPLOYER ਦੀ ਕਿ ਇੰਟਰਨਲ ਕਮੇਟੀ ਉਹਨਾਂ ਨੂੰ ਬਣਾਉਣੀ ਪੈਂਦੀ ਹੈ। ਤੁਸੀਂ ਆਪਣੀ ਕੰਪਲੇਂਟ ਦੋਗੇ, ਉਸ ਕੰਪਲੇਂਟ ਦੇ ਆਧਾਰ ਤੇ ਦੋਨਾਂ ਪਾਰਟੀਆਂ ਨੂੰ ਸੁਣ ਕੇ ਜੇ ਹੋ ਸਕਦਾ ਤਾਂ ਉਸ ਬੰਦੇ ਦੇ ਪਰਚਾ ਵੀ ਹੋ ਸਕਦਾ। ਉਸ ਤੋਂ ਇਲਾਵਾ ਜੇ ਲੇਡੀ ਚਾਹੁੰਦੀ ਹੈ ਕਿ ਨਹੀਂ ਮੈਂ ਪਰਚਾ ਨਹੀਂ ਕਰਾਉਣਾ ਪਰ ਇਹਨੂੰ ਪੁਨਿਸ਼ ਕਰਨਾ, ਤਾਂ ਉਹ ਬੰਦੇ ਦੀ ਜਿਵੇਂ ਸੈਲਰੀ ਹੈ ਉਹਦੇ ਚੋਂ ਕੱਟ ਕੇ, ਜਾਂ ਕੁਝ ਉਹਨੂੰ ਫਾਈਨੈਂਸ਼ੀਅਲੀ ਲਾ ਕੇ ਕਿ ਤੁਹਾਨੂੰ ਇੰਨਾ ਵੀ ਦੇਣਾ ਪੈਣਾ ਇਹਨੂੰ ਕੰਪਨਸੇਸ਼ਨ, ਉਹ ਲਾ ਕੇ ਉਹ ਲੇਡੀ ਨੂੰ ਕੰਪਨਸੇਟ ਕੀਤਾ ਜਾਂਦਾ ਤੇ ਇਹ ਜਿਹੜੀ ਹਰਾਸਮੈਂਟ ਤੋਂ ਰੋਕਿਆ ਜਾਂਦਾ। ਜਿੱਥੇ ਇਹ ਕਮੇਟੀਆਂ ਨਹੀਂ ਹੈ ਜੀ, ਉੱਥੇ ਤੁਸੀਂ ਜਿਹੜੇ ਸੈਸ਼ਨ ਜੱਜ ਹੈ ਜਾਂ ਡਿਸਟ੍ਰਿਕਟ ਆਫਿਸਰ ਹੈ ਉਹਨਾਂ ਨੂੰ ਇਹ ਆਪਣੀ ਕੰਪਲੇਂਟਸ ਪਾ ਸਕਦੇ ਹੋ। ਓਕੇ, ਤੇ ਇਹ ਤੇ ਗੱਲ ਹੋਈ ਵਾਇਲੈਂਸ ਐਟ ਵਰਕ ਪਲੇਸ ਦੀ ਗੱਲ। ਜੀ ਇੱਕ ਹੋਰ ਸਵਾਲ ਹੈ ਮੇਰਾ, ਬਿਕਾਜ਼ ਮੈਨੂੰ ਵੀ ਇਹਦੀ ਜਾਣਕਾਰੀ ਨਹੀਂ ਹੈ ਕਿ ਮੈਮ ਜੇ ਕੋਈ ਕੁੜੀ ਹੈ, ਉਹਦੇ ਕੋਲ ਇਹ ਰਾਈਟਸ ਜਿਹੜੇ ਉਹਦੇ ਕੋਲ ਨੇ, ਉਹ ਕਿਹੜੇ ਕਿਹੜੇ ਰਾਈਟਸ ਨੇ? ਜੋ ਮੈਰਿਡ ਨਹੀਂ ਹੋਈ ਉਹਦੇ ਕੋਲ ਐਜੂਕੇਸ਼ਨ ਦਾ ਕਿੰਨਾ ਰਾਈਟ ਹੈ? ਜੇ ਕਿਉਂਕਿ ਪੜਨ ਵਾਲੀ ਕੁੜੀਆਂ ਵੀ ਤੁਹਾਨੂੰ ਸੁਣ ਰਹੀਆਂ ਨੇ, ਤੇ ਜਿਹੜੀ ਇਸ ਪ੍ਰੋਸੈਸ ਦੇ ਵਿੱਚ ਨੇ ਉਹ ਵੀ ਸੁਣ ਰਹੀਆਂ ਨੇ, ਹੈਨਾ, ਤੇ ਉਹ ਕੁੜੀ ਕਿਹੜੇ ਕਿਹੜੇ ਰਾਈਟਸ ਪੋਜ਼ੈਸ ਕਰਦੀ ਹੈ ਤਾਂ ਕਿ ਉਹ ਆਪਣੀ ਫੈਮਿਲੀ ਨੂੰ ਕਹਿ ਸਕੇ ਕਿ ਨਹੀਂ ਤੁਸੀਂ ਇਹ ਨਹੀਂ ਰੋਕ ਸਕਦੇ, ਮੇਰਾ ਰਾਈਟ ਹੈ। ਜੀ ਓਕੇ, ਮੇਰੇ ਕੋਲ ਇਦਾਂ ਦਾ ਵੀ ਇੱਕ ਕੇਸ ਆਇਆ ਜਿਹਦੇ 'ਚ ਕਿ ਮੈਂ ਡੋਮੈਸਟਿਕ ਵਾਇਲੈਂਸ ਐਕਟ 'ਚ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਾਂਗੀ ਕਿ ਇਹ ਜ਼ਰੂਰੀ ਨਹੀਂ ਕਿ ਬਹੂ ਨੇ ਹੀ ਕੇਸ ਪਾਉਣਾ ਹੈ। ਅੱਛਾ, ਹਰ ਲੇਡੀ ਜਿਹੜੀ ਕਿ ਭਾਵੇਂ ਸੱਸ ਵੀ ਹੈ, ਇੱਕ ਮਦਰ ਇਨ ਲਾਅ ਵੀ ਆਪਣੀ ਡਾਟਰ ਇਨ ਲਾਅ ਤੇ ਕੇਸ ਕਰ ਸਕਦੀ ਹੈ। ਡੋਮੈਸਟਿਕ ਵਾਇਲੈਂਸ ਐਕਟ ਹਰ ਲੇਡੀ ਲਈ ਉਹ ਐਕਟ ਹੈ ਕਿ ਲੇਡੀ ਜਿਹੜੀ ਇੱਕ ਡੋਮੈਸਟਿਕ ਰਿਲੇਸ਼ਨਸ਼ਿਪ 'ਚ ਰਹਿੰਦੀ ਹੈ, ਉਹਦੇ ਵਿੱਚ ਰਹਿ ਕੇ ਜੇ ਉਹਦੇ ਨਾਲ ਵਾਇਲੈਂਸ ਹੋ ਰਹੀ ਹੈ ਤਾਂ ਉਹਦੇ ਖਿਲਾਫ ਡੋਮੈਸਟਿਕ ਵਾਇਲੈਂਸ ਐਕਟ ਦਾ ਕੇਸ ਉਹ ਕਰ ਸਕਦੀ ਹੈ। ਹੁਣ ਮੇਰੇ ਕੋਲ ਇੱਕ ਕੇਸ ਹੈ, ਉਹਦੇ 'ਚ ਲੜਕੀ ਹੈ, ਉਹ ਆਪਣੇ ਪੇਰੈਂਟਸ ਤੋਂ ਬੜੀ ਦੁਖੀ ਹੈ ਕਿਉਂਕਿ ਉਹਨੂੰ ਜੌਬ ਨਹੀਂ ਕਰਨ ਦੇ ਰਹੇ, ਉਹਨੂੰ ਉਹ ਇੰਡੀਪੈਂਡੈਂਸੀ ਨਹੀਂ ਮਿਲ ਰਹੀ, ਪਲੱਸ ਉਹਨੂੰ ਮਾਰਦੇ ਆ, ਤਾਂ ਉਹਨੇ ਆਪਣੇ ਪੇਰੈਂਟਸ ਦੇ ਖਿਲਾਫ ਵੀ ਇੱਕ ਡੋਮੈਸਟਿਕ ਵਾਇਲੈਂਸ ਐਕਟ ਦਾ ਕੇਸ ਕੀਤਾ ਹੋਇਆ। ਤੇ ਮਦਰ ਇਨ ਲਾਅ, ਜਿਵੇਂ ਅੱਜ ਕੱਲ੍ਹ ਮੈਂ ਦੇਖਦੀ ਹਾਂ ਕਿ ਬਹੂ ਕਈ ਵਾਰ ਕਹਿੰਦੇ ਕਪੱਤੀ ਨੂੰ ਆ ਜਾਂਦੀ ਹੈ, ਜਾਂ ਫਿਰ ਮੈਂ ਇੱਕ ਆਈਡੀਅਲ ਬਹੂ ਬਣਨਾ ਬਹੁਤ ਔਖਾ ਹੈ ਜੀ, ਜਾਂ ਫਿਰ ਕੋਈ ਮਾਰ ਪਿਟਾਈ ਕਰਦਾ ਹੋਏ, ਮਾਰ ਪਿਟਾਈ, ਸੱਸ ਨੂੰ ਕੱਢ ਦੇਣਾ, ਬੜੇ ਕੇਸਿਸ ਤੁਸੀਂ ਵੀ ਦੇਖੇ ਹੋਣੇ ਆ। ਸੋ ਉਸ ਬਜ਼ੁਰਗ ਨੂੰ, ਉਸ ਲੇਡੀ ਨੂੰ ਵੀ ਰਾਈਟ ਹੈ ਕਿ ਭਾਈ ਤੂੰ ਡੋਮੈਸਟਿਕ ਵਾਇਲੈਂਸ ਐਕਟ ਦਾ ਕੇਸ ਪਾ ਕੇ ਉਸੇ ਤਰ੍ਹਾਂ ਰੈਜ਼ੀਡੈਂਸ ਆਰਡਰ ਲੈ, ਉਸੇ ਤਰ੍ਹਾਂ ਪ੍ਰੋਟੈਕਸ਼ਨ ਆਰਡਰ ਲੈ, ਉਸੇ ਤਰ੍ਹਾਂ ਤੂੰ ਮੇਨਟੇਨੈਂਸ ਕਲੇਮ ਕਰ, ਮੇਨਟੇਨੈਂਸ ਲੈ। ਇੱਕ ਮੈਂ ਜ਼ਰੂਰ ਦੱਸਾਂਗੀ ਕਿ ਜਿਵੇਂ ਮਾਂ-ਬਾਪ ਜਿਹੜੀ ਪ੍ਰਾਪਰਟੀ ਬੱਚਿਆਂ ਨੂੰ ਜਿਵੇਂ ਟ੍ਰਾਂਸਫਰ ਕਰ ਦਿੰਦੇ ਆ, ਲੇਟਰ ਔਨ ਬੱਚੇ ਦੁਤਕਾਰਨਾ ਸ਼ੁਰੂ ਕਰ ਦਿੰਦੇ, ਤਾਂ ਮਾਂ-ਬਾਪ ਨੂੰ ਵੀ ਰਾਈਟ ਹੈ ਕਿ ਉਹ ਆਪਣੀ ਪ੍ਰਾਪਰਟੀ ਜਿਹੜੀ ਉਹ ਵਾਪਸ ਆਪਣੇ ਨਾਮ ਲੈ ਸਕਦੇ ਆ, ਪਲੱਸ ਆਪਣੇ ਬੱਚਿਆਂ ਤੋਂ ਮੇਨਟੇਨੈਂਸ ਰਾਈਟ ਵੀ ਲੈ ਸਕਦੇ ਆ। ਬਿਲਕੁਲ। ਸੋ ਹਰ ਉਹ ਲੇਡੀ ਨੂੰ ਡੋਮੈਸਟਿਕ ਵਾਇਲੈਂਸ ਐਕਟ ਜਿਹੜਾ ਉਹ ਹਰ ਲੇਡੀ ਲਈ ਹੈ,
ਜੇ ਕੋਈ ਬਜ਼ੁਰਗ ਮਾਤਾ ਹੈ ਉਹਦਾ ਬੱਚਾ ਉਹਨੂੰ ਨਹੀਂ ਮੇਨਟੇਨ ਕਰ ਰਿਹਾ ਜੀ ਤਾਂ ਆਪਣੇ ਬੱਚਿਆਂ ਤੇ ਵੀ ਮੇਨਟੇਨੈਂਸ ਦਾ ਕੇਸ ਪਾ ਕੇ ਮੇਨਟੇਨੈਂਸ ਲੈ ਸਕਦੀ ਹੈ। ਬਹੁਤ ਬਹੁਤ ਸਪੈਸ਼ਲ ਗੱਲਾਂ ਹੈ, ਮੈਨੂੰ ਲੱਗ ਰਿਹਾ ਤੁਹਾਡੇ ਨਾਲ ਐਂਡਲੈਸ ਟਾਕ ਹੋ ਸਕਦੀ ਹੈ ਜੀ ਕਿਉਂਕਿ ਇੰਨੀ ਸਾਰੀ ਗੱਲਾਂ ਨੇ। ਹੁਣੇ ਆਪਾਂ ਫੀਮੇਲਸ ਦੀ ਗੱਲ ਕਰ ਰਹੇ ਹਾਂ, ਕਿਸ ਟਾਈਮ ਆਪਾਂ ਬਜ਼ੁਰਗਾਂ ਦੀ ਵੀ ਗੱਲ ਕਰਾਂਗੇ, ਜੀ ਬੱਚਿਆਂ ਦੀ ਵੀ ਗੱਲ ਕਰਾਂਗੇ, ਇੱਕ ਮੇਲਸ ਦੇ ਰਾਈਟ ਦੀ ਵੀ ਗੱਲ ਕਰਾਂਗੇ, ਜੀ। ਇੱਕ ਥਰਡ ਜੈਂਡਰ ਦੇ ਰਾਈਟਸ ਦੀ ਵੀ ਆਪਾਂ ਗੱਲ ਕਰਾਂਗੇ ਐਗਜ਼ੈਕਟਲੀ ਕਿਉਂਕਿ ਸੁਸਾਇਟੀ ਸਭ ਤੋਂ ਬਣਦੀ ਹੈ ਜੀ ਐਕਸੈਪਟ ਐਨੀਮਲਸ। ਆਪਾਂ ਸਭ ਨੂੰ ਰਾਈਟਸ ਦਿੱਤੇ ਨੇ, ਆਲਦੋ ਐਨੀਮਲਸ ਦੇ ਕੋਲ ਵੀ ਕੁਝ ਰਾਈਟਸ ਨੇ ਬਟ ਆਪਣੀ Rights ਨੇ। ਕੰਪਲੇਨ ਆ ਕੇ ਨਹੀਂ ਦੇ ਸਕਦੇ। ਬਿਲਕੁਲ ਠੀਕ। ਮੈਮ ਇੰਨੀ એનર્ਜੀ ਦੇ ਨਾਲ, ਇੰਨੇ ਪੋਜ਼ਿਟਿਵ ਐਟੀਟਿਊਡ ਨਾਲ ਇੰਨੀ ਸਾਰੀ ਅਵੇਅਰਨੈਸ ਤੁਸੀਂ ਸਪਰੈਡ ਕੀਤੀ ਹੈ। ਚਾਹੁੰਦੇ ਚਾਹੁੰਦੇ ਮੇਰਾ ਇੱਕ ਹੋਰ ਸਵਾਲ ਹੈ ਕਿ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ ਸੁਸਾਇਟੀ ਨੂੰ, ਕਿਉਂਕਿ ਕੁਝ ਅਜਿਹੀ ਚੀਜ਼ਾਂ ਨੇ ਜੋ ਕਿ ਤੁਹਾਨੂੰ ਬੀਇੰਗ ਐਨ ਐਡਵੋਕੇਟ ਤੁਸੀਂ ਐਵਰੀ ਟਾਈਮ ਫੀਲ ਕਰਦੇ ਹੁੰਦੇ ਹੋ ਕਿ ਯਾਰ ਇਹ ਚੀਜ਼ ਹੁੰਦੀ ਤੇ ਚੰਗਾ ਹੁੰਦਾ, ਜੀ ਸਾਡੀ ਹੋਰ ਟਰਾਂਸਪੇਰੈਂਸੀ ਹੁੰਦੀ। ਤੇ ਗੀਤਾਂਜਲੀ ਮੈਮ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਤੁਹਾਡੇ ਵੱਲੋਂ ਜੀ, ਮੈਂ ਸੁਜੈਸ਼ਨ? ਨਾ ਬਹੁਤ ਇਮੋਸ਼ਨਲ ਆ ਕਿਉਂਕਿ ਮੈਂ ਕਈ ਵਾਰੀ ਫੀਲ ਵੀ ਕਰਦੀ ਆ, ਮੈਂ ਮੈਂ ਸੁਸਾਇਟੀ 'ਚ ਰਹਿੰਦੀ ਆ ਤਾਂ ਮੈਨੂੰ ਕਈ ਵਾਰੀ ਕੀ ਹੁੰਦਾ ਕਿ ਬੰਦੇ ਜਿਹੜੇ ਆ ਨਾ ਬੰਦੇ ਉਹ ਹਮੇਸ਼ਾ ਕੁੜੀਆਂ ਨੂੰ ਐਲੀਗੇਟ ਕਿਉਂ ਕਰਦੇ ਨੇ। ਮੈਂ ਕਈ ਵਾਰੀ ਬੰਦਿਆਂ ਦੇ ਮੂੰਹ ਤੋਂ ਸੁਣਿਆ ਸੌਰੀ ਟੂ ਸੇ ਕਿ ਇਹ ਕੁੜੀ ਤਾਂ ਏਦਾਂ ਦੀ ਹੈ, ਐਦਾਂ ਦੀ ਹੈ, ਹਾਂ ਹੈਨਾ, ਬੰਦਾ ਕਿਉਂ ਨਹੀਂ ਏਦਾਂ ਮਟੀਰੀਅਲ ਦਾ। ਹੈ, ਗਰਲਫ੍ਰੈਂਡ ਮਟੀਰੀਅਲ ਹੈ, ਐਦਾਂ ਦੀ ਹੈ we ਹਾਂ। have this ਹਾਂ notions। ਮੈਨੂੰ ਨਹੀਂ ਪਤਾ ਕਿ ਮੈਨੂੰ ਇੱਥੇ ਏਡੇ ਵੱਡੇ ਪਲੇਟਫਾਰਮ ਤੇ ਗੱਲ ਕਹਿਣੀ ਚਾਹੀਦੀ ਕਿ ਨਹੀਂ, ਪਰ ਮੇਰੇ ਇੱਕ ਸੀਨੀਅਰ ਨੇ ਬੜੀ ਪਿਆਰੀ ਜੀ ਮੈਨੂੰ ਗੱਲ ਸਮਝਾਈ ਸੀ ਕਿ ਕਦੀ ਵੀ ਜਨਾਨੀ ਗੰਦੀ ਨਹੀਂ ਹੁੰਦੀ, ਗੰਦਾ ਬੰਦਾ ਹੈ। ਜਨਾਨੀ ਹਰ ਮਹੀਨੇ ਪਵਿੱਤਰ ਹੁੰਦੀ ਹੈ, ਬੰਦਾ ਹੀ ਗੰਦਾ ਰਹਿੰਦਾ ਹੈ। ਸੋ ਇਦਾਂ ਕਿਉਂ ਤੁਸੀਂ ਕਹਿੰਦੇ ਹੋ ਕਿ ਜਨਾਨੀ ਇਦਾਂ ਦੀ, ਜਨਾਨੀ ਇਦਾਂ ਦੀ? ਪਲੀਜ਼, ਗਲਤੀਆਂ ਸਭ ਤੋਂ ਹੁੰਦੀਆਂ ਨੇ। ਕੁਝ ਮੈਂ ਕੁੜੀਆਂ ਨੂੰ ਮਿਲੀ ਆ ਜਿਨ੍ਹਾਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਘਰੋਂ, ਪਰ ਆਪਾਂ ਕਿਉਂ ਨਹੀਂ ਉਹਨਾਂ ਗਲਤੀਆਂ ਨੂੰ ਭੁਲਾ ਕੇ ਉਹਨਾਂ ਨੂੰ ਵੀ ਬਰਾਬਰ ਮੌਕਾ ਦਿੰਦੇ? ਮੁੰਡੇ ਨੂੰ ਤਾਂ ਕਹਿ ਦਿੰਦੇ ਹੋ ਕੋਈ ਨਹੀਂ ਹੋਗੀ ਗਲਤੀ, ਮੁੰਡੇ ਤਾਂ ਕਰਦੇ ਆ, ਕੁੜੀਆਂ ਨੂੰ ਕਿਉਂ ਨਹੀਂ ਕਹਿੰਦੇ ਕਿ ਹੋਗੀ? ਕੁੜੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਦਿਓ। ਇੱਕ ਅੱਜ ਕੱਲ੍ਹ ਗੀਤ ਜੀ ਮੈਂ ਕੰਮ ਕਰ ਰਹੀ ਹਾਂ ਕਿ ਜਿਵੇਂ ਆਪਾਂ ਲੇਡੀਜ਼ ਆ, ਆਪਾਂ ਕੁੜੀ ਜਿਵੇਂ ਮੇਰੀ ਬੇਟੀ ਹੈ, ਮੈਂ ਉਹਦਾ ਵਿਆਹ ਕਰਤਾ, ਸਪੋਜ਼ ਕਰੋ ਮੈਂ ਉਹਦਾ 20 ਸਾਲ 'ਚ ਵਿਆਹ ਕਰਤਾ, 10 ਸਾਲ ਉਹਨੇ ਔਖੇ ਸੌਖੇ ਮੈਰਿਜ 'ਚ ਕੱਟੇ, 30 ਸਾਲ ਦੀ ਹੋ ਗਈ, ਪ੍ਰੋਪਰ ਐਜੂਕੇਸ਼ਨ ਨਹੀਂ ਮਿਲੀ। ਉਸ ਤੋਂ ਬਾਅਦ ਕੀ ਹੋ ਗਿਆ, 10 ਸਾਲ ਤੋਂ ਬਾਅਦ ਉਹਨੂੰ ਫੀਲ ਹੋਇਆ ਕਿ ਨਹੀਂ ਉਹਦੇ ਨਾਲ ਮਾਰ ਪਿਟਾਈ ਹੋਈ, ਵੀ ਨਹੀਂ ਮੈਂ ਨਹੀਂ ਸਹਿਣਾ, ਮੈਂ ਛੱਡ ਦੇਣਾ। ਉਸ ਤੋਂ ਬਾਅਦ ਕੀ ਹੁੰਦਾ ਕਿ ਉਹਦੇ ਲਈ ਉਹਨੂੰ ਡਿਪੈਂਡ ਹੋਣ ਦੀ ਜ਼ਰੂਰਤ ਪੈ ਜਾਂਦੀ ਹੈ ਕਿ ਮੈਂ ਖਰਚਾ ਕਿੱਥੋਂ ਕਰਾਂਗੀ, ਮੈਂ ਘਰ ਕਿੱਥੋਂ ਚਲਾਵਾਂਗੀ, ਮੈਂ ਆਪਣੇ ਆਪ ਨੂੰ ਮੇਨਟੇਨ ਕਿੱਥੋਂ ਕਰਾਂਗੀ, ਮੈਂ ਜਾਵਾਂਗੀ ਕਿੱਥੇ, ਮੈਂ ਰਵਾਂਗੀ ਕਿੱਥੇ, ਇਹ ਇਸ਼ੂ ਕੌਣ ਸੋਲਵ ਕਰੇਗਾ? ਸਮਵੇਅਰ ਮੈਟਰਨਲ ਫੈਮਿਲੀ ਉਹਨਾਂ ਨੂੰ ਵੀ ਇਹੀ ਚਿੰਤਾ ਹੁੰਦੀ, ਹੁਣ ਕੁੜੀ ਆ ਜਾਏਗੀ ਬੋਝ ਬਣ ਜਾਏਗੀ, ਬੋਝ ਬਣ ਜਾਏਗੀ। ਬੋਝ ਵਾਲੀ ਚੀਜ਼ ਹੈ ਜਿਹੜੀ ਕਿ ਭਰਾ ਕਿੰਨੀ ਦੇਰ ਸੰਭਾਲਣਗੇ, ਭਾਬੀ ਕਿਵੇਂ ਰੱਖੇਗੀ, ਹੈ ਨਾ। ਤਾਂ ਮੈਨੂੰ ਸਰਕਾਰ ਨੂੰ ਬੇਨਤੀ ਹੈ ਮੇਰੀ ਹੱਥ ਜੋੜ ਕੇ ਕਿ ਸਰਕਾਰ ਨੂੰ ਪਲੀਜ਼ ਲੇਡੀਜ਼ ਲਈ ਜਿਹੜਾ ਉਮਰ ਦਾ ਕ੍ਰਾਈਟੇਰੀਆ ਨਾ, ਜਦੋਂ ਕੋਈ ਜੌਬ ਨਿਕਲਦੀ ਹੈ ਉਹਦੇ 'ਚ ਉਮਰ ਲਿਖ ਦਿੰਦੇ ਜੀ 25 ਸਾਲ, 27 ਸਾਲ, ਮੈਕਸਿਮਮ 35 ਸਾਲ। ਮੇਰੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੌਬਸ ਜਦੋਂ ਤੁਸੀਂ ਹਰ ਵਰਗ ਲਈ ਰਿਜ਼ਰਵੇਸ਼ਨਸ ਕੱਢ ਦਿੰਦੇ ਹੋ, ਹੈ ਨਾ, ਇਹਦੀ ਰਿਜ਼ਰਵੇਸ਼ਨ, ਇਹਦੀ ਰਿਜ਼ਰਵੇਸ਼ਨ, ਤੁਸੀਂ ਲੇਡੀਜ਼ ਦੇ ਲਈ ਕਿਉਂ ਨਹੀਂ ਕੁਝ ਰਿਜ਼ਰਵੇਸ਼ਨ ਰੱਖ ਸਕਦੇ ਕਿ ਲੇਡੀਜ਼ ਦੀ ਤੁਸੀਂ ਉਮਰ ਨਾ ਦੇਖੋ, ਉਹਨਾਂ ਦੀ ਉਹ ਦੇਖੋ ਕਿ ਉਹਨਾਂ ਦੇ ਅੰਦਰ ਉਹ ਕੈਪੇਬਿਲਿਟੀ ਹੈ, ਉਹਨਾਂ ਦੇ ਅੰਦਰ ਉਹ ਐਜੂਕੇਸ਼ਨਲ ਕੁਆਲਿਟੀ ਹੈ। ਜੇ ਉਹ ਲੜਕੀ ਐਜੂਕੇਸ਼ਨਲ ਕ੍ਰਾਈਟੇਰੀਆ ਉਹਦਾ ਮੈਚ ਕਰਦਾ ਹੈ ਜਾਂ ਉਹਦੇ 'ਚ ਉਹ ਪਾਵਰ ਹੈਗੀ ਹੈ ਕਿ ਹਾਂ ਉਹ ਫਿੱਟ ਹੈ, ਕੁਆਲੀਫਾਈਡ ਹੈ, ਤਾਂ ਤੁਸੀਂ ਕਿਉਂ ਨਹੀਂ ਉਹਨੂੰ ਜੌਬ ਬਿਨਾਂ ਉਹਦੀ ਉਮਰ ਦੇਖੇ ਦੇ ਸਕਦੇ? ਸੋ ਸਰਕਾਰ ਨੂੰ ਮੈਨੂੰ ਬੇਨਤੀ ਹੈ ਕਿ ਦੇਖੋ 30-35 ਸਾਲ ਬਾਅਦ ਲੇਡੀ ਜਦੋਂ ਇਕੱਲੀ ਹੋ ਜਾਂਦੀ ਹੈ ਨਾ, ਉਹਨੂੰ ਮੌਕਾ ਦਿਓ, ਉਹਦੇ ਲਈ ਕੁਝ ਸੀਟਾਂ ਰਿਜ਼ਰਵ ਰੱਖੋ, ਉਹਦੇ ਲਈ ਪੋਸਟਾਂ ਰਿਜ਼ਰਵ ਰੱਖੋ ਜੌਬ 'ਚ, ਕਿ ਕੋਈ ਵੀ ਜੌਬ ਨਿਕਲੇ, ਕੋਈ ਯੂਨੀਵਰਸਿਟੀ, ਕੋਈ ਪੜ੍ਹਾਈ ਲੈਵਲ, ਉਹਦੇ 'ਚ ਕੁੜੀਆਂ ਦੀ ਉਮਰ ਨਾ ਦੇਖੀ ਜਾਵੇ, ਉਹਨਾਂ ਨੂੰ ਸਿਰਫ ਜੌਬ ਦੇਖੀ ਜਾਵੇ, ਉਹਨਾਂ ਨੂੰ ਦੇਖਿਆ ਜਾਵੇ ਕਿ ਹਾਂ ਇੰਨੀ ਕੁਆਲੀਫਿਕੇਸ਼ਨ ਇਹਦੀ ਹੈਗੀ ਹੈ ਤਾਂ ਯੈਸ ਸ਼ੀ ਇਜ਼ ਫਿਟ ਫॉर द ਜੌਬ, ਤਾਂ ਕਿ ਉਹ ਆਪਣੇ ਆਪ ਤੇ ਇੰਡੀਪੈਂਡੈਂਟ ਹੋ ਕੇ ਇਸ ਸੁਸਾਇਟੀ ਨਾਲ ਆਪਣੇ ਦਮ ਤੇ ਲੜ ਸਕਣ। ਮੈਂ ਤੁਹਾਡੀ ਗੱਲ ਤੋਂ ਬਹੁਤ ਸੋਹਣੀ ਗੱਲ ਕੀਤੀ ਹੈ। ਕੁੜੀ ਨੂੰ ਕੋਈ ਸਪੈਸ਼ਲ ਰਾਈਟਸ ਨਹੀਂ ਚਾਹੀਦੇ, ਉਹਨੂੰ ਇਹ ਗੱਲ ਚਾਹੀਦੀ ਕਿ ਜੇ ਤੁਸੀਂ ਕਹਿੰਦੇ ਹੋ ਨਾ ਕੁੜੀ ਨੂੰ ਐਮਪਾਵਰ ਕਰਨਾ ਹੈ ਤੇ ਥੋੜੀ ਚੀਜ਼ਾਂ ਨੇ ਜਿਹਦੇ ਵਿੱਚ ਸਾਥ ਦੀ ਜ਼ਰੂਰਤ, ਬਿਲਕੁਲ ਜੀ, ਹੈ ਨਾ। ਆਪਾਂ ਕੋਈ ਹੱਕ ਨਹੀਂ ਕਿਸ ਦਾ ਛੀਨ ਰਹੇ, ਅਸੀਂ ਕਹਿੰਦੇ ਤੁਸੀਂ ਸਾਨੂੰ ਇੱਥੇ ਸਪੋਰਟ ਕਰ ਲਓ, ਆਪਾਂ ਖੁਦ ਬੜੇ ਸਟਰੋਂਗ ਆ, ਆਪਾਂ ਕੰਮ ਕਰ ਸਕਦੇ, ਕਮਾ ਲਾਂਗੇ, ਅਸੀਂ ਖਾ ਲਾਂਗੇ, ਸਾਨੂੰ ਮੌਕਾ ਤਾਂ ਦਿਓ, ਸਾਨੂੰ ਮੌਕਾ ਦੇ ਦਿਓ। ਔਰ ਇਹੀ ਮੌਕਾ ਈਵਨ ਆਈ ਐਮ ਵੈਰੀ ਹੈਪੀ ਕਿ ਤੁਹਾਨੂੰ ਮਿਲ ਕੇ ਮੈਨੂੰ ਇਹ ਮੌਕਾ ਮਿਲਿਆ ਕਿ ਆਪਾਂ ਕਮਿਊਨਿਟੀ ਇੱਕ ਸਰਵਿਸ ਕਰ ਰਹੇ ਹਾਂ, ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਦੇ ਰਾਈਟਸ ਦੇ ਬਾਰੇ। ਤੇ ਗੱਲਾਂ ਸਿਰਫ ਅੱਜ ਕੁੜੀਆਂ ਦੀ ਆਪਾਂ ਕੀਤੀਆਂ ਨੇ, ਲੇਕਿਨ ਇਹ ਗੱਲਾਂ, ਇਹ ਰਿਲੇਸ਼ਨਸ਼ਿਪ, ਇਹ ਇਮੋਸ਼ਨਸ ਔਰ ਇਹ ਸਾਡਾ ਰਿਸ਼ਤਾ ਟੂ ਬੀ ਕੰਟੀਨਿਊ ਰਹੇਗਾ। ਜਦ ਆਪਾਂ ਸੀਰੀਅਲਸ ਕਹਿੰਦੇ ਆ ਨਾ ਕਿ ਟੂ ਬੀ ਕੰਟੀਨਿਊ, ਇਹ ਸੀਜ਼ਨ 1 ਹੈ, ਇਹ ਸੀਜ਼ਨਸ ਅੱਗੇ ਵੀ ਚੱਲਦੇ ਰਹਿਣਗੇ। ਐਗਜ਼ੈਕਟਲੀ, ਬਿਲਕੁਲ। ਥੈਂਕ ਯੂ ਸੋ ਮਚ ਮੈਮ, ਤੁਸੀਂ ਸਾਡੇ ਨਾਲ ਆਏ, ਸਾਡੇ ਕੋਲ ਆਏ। ਹੈਲੋ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ।
ਮੈਂ ਹਾਂ ਡਾਕਟਰ ਗੀਤਾਂਜਲੀ ਵਾਲੀ, ਮੈਂ ਐਡਵੋਕੇਟ ਹਾਂ ਤੇ ਮੈਂ ਧੀਆਂ ਪੰਜਾਬ ਦੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਕੁੜੀਓ ਆਪਣੇ ਖੂਬ ਪੜ੍ਹੋ ਲਿਖੋ, ਜਿੱਦਾਂ ਮੁੰਡੇ ਮਾਣ ਨੇ ਉਦਾਂ ਹੀ ਤੁਸੀਂ ਮਾਂ ਨੂੰ ਆਪਣੇ ਮਾਂ-ਬਾਪ ਦੀ ਪੱਗ ਨਹੀਂ ਲੱਥਣ ਦੇਣੀ, ਆਪਣੇ ਮਾਂ-ਬਾਪ ਨੂੰ ਨੀਚਾ ਨਹੀਂ ਹੋਣ ਦੇਣਾ, ਖੂਬ ਪੜ੍ਹਨਾ ਲਿਖਣਾ, ਆਪਣੇ ਪੈਰਾਂ ਤੇ ਖੜੇ ਹੋਣਾ ਹੈ ਤੇ ਮਾਂ-ਬਾਪ ਦੀ ਪੂਰੀ ਸੇਵਾ ਕਰਨੀ ਹੈ। ਜਿੰਨਾ ਤੁਹਾਡਾ ਹਸਬੈਂਡ ਕਮਾਉਂਦਾ ਹੈ ਉਹਦੇ ਬਰਾਬਰ ਖੜ ਕੇ ਮੋਢੇ ਨਾਲ ਮੋਢਾ ਜੋੜ ਕੇ ਬਰਾਬਰ ਕਮਾਉਣਾ, ਔਰ ਆਪਣੇ ਕਦੀ ਵਾਇਲੈਂਸ ਨਹੀਂ ਸਹਿਣੀ, ਰਾਈਟਸ ਜਾਣਨੇ ਆ, ਆਪਣੇ ਹੱਕਾਂ ਲਈ ਲੜਨਾ ਹੈ, ਲੜਨਾ ਸਿੱਖੋ, ਆਪਣੀ ਜ਼ਿੰਦਗੀ ਜੀਓ ਤੇ ਮਸਤ ਰਹੋ। ਤੇ ਤੁਸੀਂ ਸੁਣ ਰਹੇ ਹੋ ਮੈਨੂੰ 90.0 ਤੇ ਟਸ਼ਨ ਪੰਜਾਬੀ, ਜਸ਼ਨ ਪੰਜਾਬੀ।